ਸਤਨਾਮ ਵਾਹਿਗੁਰੂ ਸਾਹਿਬ ਜੀ। ਦਿਲ ਹੋ ਮੁਹੱਬਤ ਜਿਨ ਸੇਈ ਸੱਚਿਆ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਰਤੇ ਸੁਖ ਖੁਦਾਏ ਰੰਗ ਦੀਦਾਰ ਕੇ। ਵਿਸਰਿਆ ਜਿਨ ਨਾਮ ਤੇ ਪੋਏ ਪਾਰਥੀਏ। ਪ੍ਰਾਣੀ ਤੂੰ ਆਇਆ ਲਾਹ ਲੈਣ, ਲੱਗਾ ਕਿਤ ਕੁ ਫਕੜੇ। ਸਭ ਮੁਕਦੀ ਚੱਲੀ ਰੈਣ, ਰੈਣ ਗਵਾਈ ਸੋਏ ਕੈ। ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ। ਕੌਡੀ ਬਦਲੇ ਜਾਏ, ਚਾਰ ਗਵਾਇਆ ਹੰਡ ਕੈ। ਚਾਰ ਗਵਾਇਆ ਸਮ, ਲੇਖਾ ਰੱਬ ਮੰਗੇ ਸਿਆ। ਤੂੰ ਆਹੋਂ ਕਿਹੜੇ ਕੰਮ। ਫਰੀਦਾ ਏਨੀ ਲੋਇਣੀ ਦੇਖਦਿਆਂ, ਕੇਤੀ ਚੱਲ ਗਈ। ਫਰੀਦਾ ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ। ਆਪ ਸਵਾਰਹਿ ਮੈਂ ਮਿਲਹਿ, ਆਪ ਸਵਾਰਹਿ ਮੈਂ ਮਿਲਹਿ। ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ। ਸਭ ਜਗ ਤੇਰਾ ਹੋਏ। ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ ਬੇਸੁਮਾਰ। ਅਥਾਹ ਅਗਨਤ ਤੋਲੇ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਹੈ ਗੈ ਬਾਹਨ ਸਗਨ कहन, ਛਤਰਪਤੀ ਕੀ ਨਾਰ। ਤਾਸ ਪਟੰਤਰ ਨਾ ਪੁਜੈ, ਹਰ ਜਨ ਕੀ ਪਨਿਹਾਰ। ਕਬੀਰ ਨ੍ਰਿਪ ਨਾਰੀ ਕਿਉ ਨਿੰਦੀਐ, ਕਿਉ ਹਰ ਚੇਰੀ ਕਉ ਮਾਨ।
ਓਹ ਮਾਂਗ ਸਵਾਰੈ ਬਿਖੈ ਕਉ, ਓਹ ਸਿਮਰੈ ਹਰਿ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ, ਦੀਨਾਨਾਥ ਦੀਨ ਬੰਧੂ ਦੀਨ ਪ੍ਰਤਪਾਲਕ, ਦੀਨ ਰੱਖਿਅਕ ਦੀਨ ਦਰਦ ਨਿਵਾਰਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਆਪ ਸਭ ਗੁਰਸਿੱਖ ਸਤਸੰਗੀ ਜਨ ਗੁਰੂ ਕੀ ਬਖਸ਼ਿਸ਼ ਦੇ ਰਹਿਮਤ ਦੇ ਪਾਤਰ ਬਣਦਿਆਂ ਹੋਇਆਂ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਸਤਿਗੁਰੂ ਕੀ ਸ਼ਬਦ ਦੀ ਕਾਰ ਨੂੰ ਕਮਾਉਣ ਦਾ, ਆਪਣੇ ਮਨੁੱਖਾ ਜੀਵਨ ਨੂੰ ਅਧਿਆਤਮਕ ਅਰਥਾਂ ਸਹਿਤ ਸਫਲ ਕਰਨ ਦਾ, ਬਾਣੀ ਦੇ ਅਭਿਆਸ ਨਾਲ ਆਪਣੇ ਜੀਵਨ ਦੇ ਵਿੱਚ ਅੰਮ੍ਰਿਤ ਧਨ ਨਾਮ ਧਨ ਸੰਚਣ ਦਾ ਅਮੋਲਕ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਸਾਹਿਬ ਜੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ। ਧਨਾਸਰੀ ਰਾਗ ਦੇ ਅੰਦਰ ਸਤਿਗੁਰੂ ਸਾਹਿਬ ਜੀ ਦੇ ਵਾਕ ਹਨ, ਜਾ ਕਉ ਹਰ ਰੰਗ ਲਾਗੋ, ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ। ਆਮ ਕਰਕੇ ਸੂਰਬੀਰ ਮਨੁੱਖ ਦੇ ਸਰੀਰਕ ਤਾਣ ਦੀ ਸਮਝੀ ਜਾਂਦੀ ਹੈ, ਜਿਹਦੇ ਅੰਦਰ ਬਹੁਤ ਸਰੀਰਕ ਤਾਣ ਹੋਵੇ, ਮਾਨਸਿਕ ਤੌਰ 'ਤੇ ਜਜ਼ਬੇ ਦੇ ਤੌਰ 'ਤੇ ਬੜਾ ਬਹਾਦਰ ਨਿਡਰ ਅਡੋਲ ਹੋਵੇ, ਉਸ ਨੂੰ ਅਸੀਂ ਸੂਰਬੀਰ ਦੀ ਸੰਗਿਆ ਦਿੰਦੇ ਹਾਂ, ਉਸ ਨੂੰ ਸੂਰਬੀਰ ਆਖਦੇ ਹਾਂ। ਪਰ ਗੁਰੂ ਸ਼ਬਦ ਦੀ ਦ੍ਰਿਸ਼ਟੀ ਦੇ ਨਾਲ ਸਾਨੂੰ ਅਸਲ ਵਿੱਚ ਉਹ ਸੂਰਮੇ ਸਮਝਣੇ ਚਾਹੀਦੇ ਹਨ, ਜਿਹੜੇ ਆਪਣੇ ਮਨ ਰੂਪ ਖੇਤ ਦੇ ਵਿੱਚ, ਮਨ ਰੂਪ ਯੁੱਧ ਦੇ ਮੈਦਾਨ ਵਿੱਚ ਰੋਜ਼ਾਨਾ ਗਿਆਨ ਦੀ ਖੜਗ ਲੈ ਕੇ ਆਪਣੇ ਪੰਜਾਂ ਦੂਤਾਂ ਸੰਗ ਰੂਝ ਜੂਝਦੇ ਹਨ ਅਤੇ ਉਹਨਾਂ ਦੇ ਭਾਵ ਨੂੰ ਸਮਾਪਤ ਕਰਕੇ ਉਹਦੇ ਅੰਦਰ ਗਿਆਨ ਦਾ, ਸੱਚ ਦਾ, ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਕਰਦੇ ਨੇ। ਕਿਉਂਕਿ ਭਗਤ ਕਬੀਰ ਸਾਹਿਬ ਜੀ ਦੇ ਨੇ ਕਵਾਕ ਨੇ ਗੁਰਬਾਣੀ ਅੰਦਰ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ। ਹੁਣ ਜੇ ਅਸੀਂ ਇਸ ਗੱਲ ਨੂੰ ਵਾਚੀਏ, ਜੇ ਅਸੀਂ ਜਿਵੇਂ ਬਾਹਰੀ ਤਲ 'ਤੇ ਸੂਰਬੀਰ ਨੂੰ ਸਮਝਦੇ ਹਾਂ, ਤਾਂ ਭਗਤ ਕਬੀਰ ਸਾਹਿਬ ਜੀ ਦੇ ਜੀਵਨ ਦੇ ਵਿੱਚ ਤਾਂ ਕੋਈ ਐਸੀ ਜੰਗ ਯੁੱਧ ਦਾ ਮਾਹੌਲ ਬਣਿਆ ਨਹੀਂ ਕਿ ਜਿਹਦੇ ਵਿੱਚ ਸੂਰਮਿਆਂ ਨੂੰ ਲਲਕਾਰਿਆ ਗਿਆ ਹੋਵੇ, ਉੱਥੇ ਦਮਾਮੇ ਵੱਜੇ ਹੋਣ, ਨਗਾਰਿਆਂ 'ਤੇ ਚੋਟ ਲੱਗੀ ਹੋਵੇ। ਤਾਂ ਉਹ ਕੀ ਹੈ? ਉਹ ਮਨ ਰੂਪ ਯੁੱਧ ਦਾ ਸੰਗਰਾਮ ਹੈ, ਜਿੱਥੇ ਹਰਦਮ ਸਾਡੇ ਜਿਹੜੇ ਵਿਆਪਤ ਵੈਰੀ ਹਨ, ਪੰਜ ਵਿਕਾਰ ਰੂਪ, ਉਹਦੇ ਫੁਰਨਿਆਂ ਰੂਪ ਸੈਨਾ, ਉਹਨਾਂ ਦੀ ਬਿਰਤੀਆਂ ਰੂਪ ਜਿਹੜੀਆਂ ਚਾਲਾਂ, ਉਹਨਾਂ ਦੇ ਸੰਗ ਹਰ ਵੇਲੇ ਗੁਰੂ ਸ਼ਬਦ ਦੀ ਗਿਆਨ ਦੀ ਖੜਗ ਨਾਲ ਜੂਝਦੇ ਰਹਿਣਾ, ਇਹ ਸੂਰਬੀਰਾਂ ਦਾ ਕੰਮ ਹੈ। ਅਤੇ ਇਹ ਦੀਰਘ ਸੋਝੀ ਗੁਰੂ ਕੀ ਸਤ ਸੰਗਤ ਵਿੱਚ ਆ ਕੇ ਹੀ ਪ੍ਰਾਪਤ ਹੁੰਦੀ ਹੈ। ਸੋ ਆਪ ਜੀ ਬੜੀ ਉੱਤਮ ਕਾਰ ਕਮਾਉਣ ਦਾ ਯਤਨ ਕਰ ਰਹੇ ਹੋ ਜੀ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸਲੋਕਾਂ ਦੀ ਵਿਆਖਿਆ ਦੁਆਰਾ, ਸ਼ਬਦ ਵਿਚਾਰ ਦੁਆਰਾ ਆਪ ਜੀ ਗਿਆਨ ਦੀ ਬਖਸ਼ਿਸ਼ ਨੂੰ ਮਾਨਣ ਦਾ, ਪ੍ਰਾਪਤ ਕਰਨ ਦਾ ਨਿਰਮਲ ਯਤਨ ਕਰਦੇ ਹੋ ਜੀ। ਪਾਵਨ ਸਲੋਕਾਂ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਹੈ ਗਏ ਬਾਹਨ ਸਗਨ कहन, ਛਤਰਪਤੀ ਕੀ ਨਾਰ। ਲੜੀਵਾਰ ਸਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਇਸ ਤੋਂ ਪਹਿਲੇ ਸਲੋਕ ਦੇ ਵਿੱਚ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਸੀ ਕਿ ਪੂਰਨ ਸਤਿਗੁਰੂ ਦਾ ਮਿਲਾਪ, ਪੂਰਨ ਸਤਿਗੁਰੂ ਦੇ ਕੋਲੋਂ ਗਿਆਨ ਦਾ ਉਪਦੇਸ਼ ਆਪਣੇ ਆਪ ਦੇ ਵਿੱਚ ਪੂਰਾ ਸਟੀਕ ਅਤੇ ਮਹੱਤਵਪੂਰਨ ਹੁੰਦਾ ਹੈ। ਪਰ ਜੇ ਸਿੱਖ ਦਾ ਜੀਵਨ ਅਧੂਰਾ ਹੋਵੇ
ਤਾਂ ਪੂਰਨ ਸਤਿਗੁਰੂ ਦੀ ਰਹਿਮਤ ਉਹਨੂੰ ਪ੍ਰਾਪਤ ਨਹੀਂ ਹੋ ਸਕਦੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਸਿੱਖ ਨੂੰ ਆਪਣਾ ਜੀਵਨ ਜੇ ਗੁਰੂ ਕੀ ਰਹਿਮਤ ਨੂੰ ਧਾਰਨ ਕਰਨਾ ਹੈ ਤਾਂ ਗੁਰੂ ਕੀ ਦੱਸੀ ਹੋਈ ਕਾਰ ਨੂੰ ਕਮਾਉਣ ਦੇ ਲਈ ਪੂਰਜ਼ੋਰ ਯਤਨ ਕਰਨਾ ਪਏਗਾ। ਤਾਂ ਕਰਕੇ ਜੇ ਅਗਰ ਜਿਹੜਾ ਜੀਵਨ ਗੁਰੂ ਨੂੰ ਧਾਰਨ ਕਰਕੇ ਗੁਰੂ ਕੀ ਦੱਸੀ ਹੋਈ ਕਾਰ ਦੇ ਅਨੁਸਾਰ ਨਹੀਂ ਚੱਲਦਾ ਤਾਂ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਬਾਂਸ ਵਜਾਈਏ ਫੂਕ। ਫਿਰ ਉਹਨਾਂ ਦੀ ਬਾਂਸ ਵਰਗੀ ਹਾਲਤ ਹੈ। ਕਿਵੇਂ ਕਿ ਜੀਵਨ ਜਿਵੇਂ ਬਾਂਸ ਵਿੱਚੋਂ ਹਵਾ ਗੁਜ਼ਰਦੀ ਹੈ, ਉਹ ਸੁਰ ਤਾਂ ਬਣ ਜਾਂਦੀ ਹੈ, ਉਸ ਹਵਾ ਦੇ ਅੰਦਰ ਸੰਗੀਤ ਤਾਂ ਭਰਿਆ ਜਾਂਦਾ ਹੈ, ਪਰ ਉਹ ਦੂਜੇ ਨੂੰ ਤ੍ਰਿਪਤ ਕਰਦੀ ਆਪਣਾ ਅਧੂਰਾ ਰਹਿੰਦੇ ਹਨ। ਕਿ ਪੂਰਨ ਗੁਰੂ ਦੇ ਨਾਲ ਜੁੜ ਕੇ ਦੁਨਿਆਵੀ ਪ੍ਰਤੀਤਤਾ ਬਣਾ ਲੈਂਦੇ ਹਨ ਕਿ ਅਸੀਂ ਫਲਾਣੇ ਪੂਰਨ ਸਤਿਗੁਰੂ ਨਾਲ ਜੁੜੇ ਹਾਂ, ਪਰ ਉਹਦੀ ਕਾਰ ਨੂੰ ਨਾ ਕਮਾਉਣ ਕਰਕੇ ਜੀਵਨ ਅਧੂਰਾ ਰਹਿੰਦਾ ਹੈ ਅਤੇ ਠੀਕ ਨਾਲ ਜੁੜ ਕੇ ਵੀ ਆਪਣੇ ਜੀਵਨ ਦੇ ਅਧਿਆਤਮਿਕ ਮਨੋਰਥਾਂ ਦੇ ਵਿੱਚ ਅਸਫਲ ਰਹਿ ਜਾਂਦੇ ਹਨ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਹੈਗੇ ਬਾਹਨ ਸਗਨ ਕਨ ਛਤਰਪਤੀ ਕੀ ਨਾਰ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ ਭਾਵ ਘੋੜੇ, ਗਏ ਭਾਵ ਹਾਥੀ, ਬਾਹਨ ਸਗਨ ਭਾਵ ਬੜੀਆਂ ਵੱਡੀਆਂ ਉਹਨਾਂ ਦੀਆਂ ਸਵਾਰੀਆਂ, ਛਤਰਪਤੀ ਕੀ ਨਾਰ ਭਾਵ ਕਿ ਰਾਜੇ ਦੀ ਪਤਨੀ, ਉਹਨਾਂ ਦੇ ਅਨੇਕਾਂ ਤਾਬਿਆਦਾਰ ਸੇਵਕ ਹੋਣ। ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਿਹਾਰ। ਪਰ ਕਹਿੰਦੇ ਇਸ ਤਰ੍ਹਾਂ ਦੀ ਇੰਨੀਆਂ ਵੱਡੀਆਂ ਸਮਰੱਥਾ ਵਾਲੀ ਵੀ ਜਿਹੜੀ ਇਸਤਰੀ ਹੈ ਰਾਜੇ ਦੀ, ਉਹ ਹਰੀ ਦੇ ਦਾਸਾਂ ਦੀ ਸੇਵਕਾ ਦੇ ਬਰਾਬਰ ਵੀ ਨਹੀਂ ਪੁੱਜ ਸਕਦੀ। ਭਾਵ ਕਿ ਇੰਨੀ ਜ਼ਿਆਦਾ ਸਮਰੱਥਾ, ਇੰਨਾ ਜ਼ਿਆਦਾ ਧਨ ਪਦਾਰਥ ਹੋਣ ਦੇ ਬਾਵਜੂਦ ਵੀ ਉਹ ਰਾਣੀ ਦੀ ਸਮਰੱਥਾ, ਉਹ ਰਾਜੇ ਦੀ ਪਤਨੀ ਦੀ ਸਮਰੱਥਾ ਇੱਕ ਸੰਤਾਂ ਦੀ ਸੇਵਕਾ, ਉਹਦੀ ਦਾਸੀ ਦੇ ਬਰਾਬਰ ਨਹੀਂ ਹੋ ਸਕਦੀ। ਹੁਣ ਭਗਤ ਕਬੀਰ ਸਾਹਿਬ ਜੀ ਇਸ ਸ਼ਲੋਕ ਦੁਆਰਾ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ, ਕਬੀਰ ਹੈ ਗਏ ਬਾਹਨ ਸਗਨ ਕਨ। ਕਿ ਭਗਤ ਕਬੀਰ ਸਾਹਿਬ ਜੀ ਪ੍ਰਸ਼ਨ ਰੂਪ ਦੇ ਵਿੱਚ ਜੇ ਅਸੀਂ ਜਾਣਨ ਦਾ ਯਤਨ ਕਰੀਏ ਕਿ ਜੀ ਜੋ ਰਾਜੇ ਦੀ ਪਤਨੀ ਹੈ ਉਹ ਹਰੀ ਦੇ ਸੇਵਕਾਂ ਦੇ ਬਰਾਬਰ ਕਿਉਂ ਨਹੀਂ ਹੋ ਸਕਦੀ, ਤਾਂ ਭਗਤ ਕਬੀਰ ਸਾਹਿਬ ਜੀ ਅਗਲੇ ਸ਼ਲੋਕ 'ਚ ਉੱਤਰ ਬਖਸ਼ਿਸ਼ ਕਰਦੇ ਹਨ, ਕਬੀਰ ਨਿਰਿਪ ਨਾਰੀ ਕਿਉਂ ਨਿੰਦੀ ਹੈ। ਕਿ ਇਸ ਕਰਕੇ ਕਿ ਰਾਜੇ ਦੀ ਪਤਨੀ ਨੂੰ ਕਿਉਂ ਨਿੰਦਿਆ ਜਾਂਦਾ ਹੈ ਅਤੇ ਕਿਉਂ ਹਰ ਚੇਰੀ ਕੋ ਮਾਨ। ਅਤੇ ਦੂਜੇ ਪਾਸੇ ਜਿਹੜੀ ਸੰਤ ਜਨਾਂ ਦੀ ਦਾਸੀ ਸੇਵਕਾ ਹੈ ਉਹਦੀ ਸਿਫਤ ਕਿਉਂ ਕੀਤੀ ਜਾਂਦੀ, ਉਹਨੂੰ ਮਾਣ ਸਤਿਕਾਰ ਵੱਧ ਕਿਉਂ ਦਿੱਤਾ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਉੱਤਰ ਦਿੰਦੇ ਹਨ, ਉਹ ਮਾਂਗ ਸਵਾਰੈ ਬਿਖੈ ਕੋ ਉਹ ਸਿਮਰੈ ਹਰ ਨਾਮ। ਕਿ ਜਿਹੜੀ ਰਾਜੇ ਦੀ ਪਤਨੀ ਹੈ, ਉਹਦੇ ਮਨ ਦੇ ਉਹਦੇ ਅੰਦਰ ਜਿੰਨੀਆਂ ਸਮਰਥਾਵਾਂ ਨੇ, ਉਹਦੇ ਕੋਲ ਜਿਤਨੇ ਉਹਦੇ ਕੋਲੋਂ ਵਸੀਲੇ ਪ੍ਰਾਪਤ ਨੇ, ਜਾਂ ਜਿਵੇਂ ਦਾ ਉਹਦੇ ਜੀਵਨ ਦਾ ਪ੍ਰਭਾਵ ਹੈ, ਉਹ ਮਾਂਗ ਸਵਾਰੈ ਬਿਖੈ ਕੋ, ਹਰ ਵੇਲੇ ਕਾਮਾਦਿਕ ਆਦਿਕ ਕੌਤਕਾਂ ਦੇ ਵਿੱਚ ਲੱਗੇ ਰਹਿਣਾ ਅਤੇ ਰਾਜੇ ਨੂੰ ਭ੍ਰਮਿਤ ਕਰਦੇ ਰਹਿਣਾ ਆਪਣੇ ਹਾਰ ਸ਼ਿੰਗਾਰ ਦੇ ਕੌਤਕਾਂ ਦੇ ਨਾਲ। ਗੁਰੂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਕਰਕੇ ਉਹਦੇ ਸਾਰੇ ਸਾਧਨ ਮਨੁੱਖ ਨੂੰ ਫਿਰ ਵਿਖਿਆ ਵੱਲ ਲਿਜਾਂਦੇ ਹਨ, ਪਰ ਜਿਹੜੀ ਸੰਤ ਜਨਾਂ ਦੀ ਦਾਸੀ ਸੇਵਕਾ ਹੈ ਉਹ ਸਦਾ ਹਰੀ ਨਾਮ ਦੇ ਨਾਲ ਜੁੜੀ ਰਹਿੰਦੀ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਹਨ। ਇਹਨਾਂ ਸ਼ਲੋਕਾਂ ਦੇ ਭਾਵ ਨੂੰ ਵਿਚਾਰਕ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਜਦ ਅਸੀਂ ਧਰਮ ਦੇ ਨਿਰੋਲ ਅਰਥ ਸਮਝਣ ਦਾ ਯਤਨ ਕਰਦੇ ਹਾਂ ਤਾਂ ਧਰਮ ਦੇ ਨਿਰੋਲ ਅਰਥਾਂ ਦੇ ਵਿੱਚ ਸਾਨੂੰ ਪ੍ਰਕਿਰਤੀ ਦਾ ਧਰਮ ਧਾਰਨ ਕਰਨਾ ਪੈਂਦਾ ਹੈ। ਪ੍ਰਕਿਰਤੀ ਦਾ ਧਰਮ ਧਾਰਨ ਕਰਨ ਦਾ ਮਤਲਬ ਇਹ ਹੈ ਕਿ ਸ੍ਰਿਸ਼ਟ ਦੇ ਵਿੱਚੋਂ, ਪ੍ਰਿਥਵੀ ਦੇ ਵਿੱਚੋਂ ਅਸੀਂ ਬਹੁਤ ਕੁਝ ਉਗਾਉਂਦੇ ਹਾਂ, ਬਹੁਤ ਥੋੜ੍ਹਾ ਬੀਜਦੇ ਹਾਂ ਅਤੇ ਬਹੁਤ ਜ਼ਿਆਦਾ ਉਗਾਉਂਦੇ ਹਾਂ, ਪਰ ਉਸ ਦਾ ਕਦੀ ਅਸੀਂ ਇਵਜ਼ ਨਹੀਂ ਉਤਾਰਦੇ ਔਰ ਉਹ ਲਗਾਤਾਰ ਸਾਨੂੰ ਪ੍ਰਾਪਤ ਵੀ ਹੁੰਦਾ ਰਹਿੰਦਾ ਹੈ। ਇਸ ਕਰਕੇ ਜਿਨ੍ਹੇ ਪ੍ਰਕਿਰਤੀ ਦਾ ਧਰਮ ਧਾਰਨ ਕਰਨਾ ਹੈ ਉਹ ਇਸ ਸ੍ਰਿਸ਼ਟ ਵਿੱਚੋਂ ਜੋ ਕੁਝ ਵੀ ਸੰਚੇਗਾ, ਧਨ ਕਰਕੇ, ਸੰਪੱਤੀ ਕਰਕੇ, ਵਿੱਦਿਆ ਕਰਕੇ, ਕਲਾ ਕਰਕੇ, ਉਸ ਸਾਰੇ ਨੂੰ ਉਹ ਪਰਮੇਸ਼ਵਰੀ ਦਾਤ ਸਮਝਣ ਕੇ ਹੀ ਵਰਤੇਗਾ। ਇਸ ਕਰਕੇ ਜਦੋਂ ਅਸੀਂ ਸਾਰੇ ਕੁਝ ਪ੍ਰਾਪਤ ਨੂੰ ਦਾਤ ਦੇ ਭਾਵ ਵਿੱਚੋਂ ਕੱਢ ਦਿੰਦੇ ਹਾਂ ਤਾਂ ਉਹ ਸਾਰਾ ਬਿਖ ਹੋ ਜਾਂਦਾ ਹੈ। ਇਸ ਕਰਕੇ ਜਦੋਂ ਗੁਰਬਾਣੀ 'ਚ ਵਾਕ ਨੇ ਦਾਤ ਪਿਆਰੀ ਵਿਸਰਿਆ ਦਾ ਤਾਰਾ, ਉਹਦਾ ਭਾਵ ਹੈ ਕਿ ਇਹ ਦਾਤ ਜਿਹਦੇ ਵਿੱਚ ਰੱਬੀ ਬਖਸ਼ਿਸ਼ ਸਮਾਈ ਹੋਈ ਹੈ
ਹੁਣ ਜੇ ਤਾਂ ਇਹਨੂੰ ਤੂੰ ਦਾਤ ਦੇ ਭਾਵ ਵਿੱਚ ਰੱਖੇਗਾ, ਫਿਰ ਤਾਂ ਇਹ ਚੀਜ਼ ਧਰਤੀ ਦੇ ਲਈ ਕਲਿਆਣਕਾਰੀ ਰਹੇਗੀ, ਉਹਦੇ ਭਲੇ ਹਿੱਤ ਰਹੇਗੀ। ਪਰ ਜੇ ਤੂੰ ਇਹਨੂੰ ਆਪਣਾ ਨਿੱਜ ਬਣਾ ਲਿਆ ਤੇ ਇਸ ਨਿੱਜ ਦੇ ਵਿੱਚ ਇਹ ਧਰਤੀ ਦੇ ਲਈ ਬਿੱਖ ਬਣ ਜਾਏਗੀ। ਬਿੱਖ ਬਣਨ ਦਾ ਭਾਵ ਕੀ ਹੈ ਕਿ ਇੰਨੀ ਵੱਡੀ ਸ੍ਰਿਸ਼ਟ ਦਾ ਨਿਰਮਾਣ ਹੋਇਆ, ਇੱਥੇ ਕੋਈ ਇਹਦਾ ਸਦੀਵ ਮਾਲਕ ਨਹੀਂ। ਤਾਂ ਇਵੇਂ ਜਦੋਂ ਬੰਦਾ ਘਰ ਮਕਾਨ ਨੂੰ ਸਾਰ ਲੈਂਦਾ ਹੈ, ਉਹਦੇ ਅੰਦਰ ਦੀ ਪ੍ਰਤੀਤ ਇੱਕ ਬਣ ਜਾਂਦੀ ਹੈ। ਪਹਿਲਾਂ ਇਸ ਸ੍ਰਿਸ਼ਟ ਦੇ ਵਿੱਚ ਕੋਈ ਵਾਸੀ ਨਹੀਂ ਸੀ। ਸਾਡੇ ਜੀਵਨ ਨੂੰ ਸੁਹਾਵਣਾ ਬਣਾਉਣ ਦੇ ਲਈ ਮਾਲਕ ਨੇ ਸਾਨੂੰ ਇਸ ਸ੍ਰਿਸ਼ਟ ਦੇ ਉੱਪਰ ਥਾਂ ਦਿੱਤੀ, ਆਪਣਾ ਮਹਿਲ ਉਸਾਰਿਆ, ਉਹਦੇ ਤੱਕ ਮਨੁੱਖ ਦੀ ਜਿਹੜੀ ਸੰਭਾਵਨਾ ਨਾ ਰੁਕੀ। ਹੁਣ ਦੂਜਿਆਂ ਦੀ ਤਰਫ ਵੱਧਦਾ ਜਾ ਰਿਹਾ। ਇਸ ਕਰਕੇ ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ ਗਏ ਬਾਹਨ ਸਗਨ ਕਾਨ। ਇਸ ਕਰਕੇ ਦੁਨੀਆ ਦੇ ਵਿੱਚ ਦੋ ਹੀ ਬੰਦੇ ਨੇ ਜਿਨ੍ਹਾਂ ਕਰਕੇ ਸਾਰਾ ਦੁਨੀਆ ਦਾ ਚੱਕਰ ਚੱਲਦਾ ਹੈ। ਇੱਕ ਜਿਨ੍ਹਾਂ ਨੇ ਮਾਇਆ 'ਤੇ ਕੇਂਦਰਿਤ ਆਪਣਾ ਜੀਵਨ ਬਣਾਇਆ ਹੋਇਆ ਬਿਲਕੁਲ, ਅਤੇ ਇੱਕ ਜਿਹੜੇ ਹਨ ਮਾਇਆ ਤੋਂ ਨਿਰਲੇਪ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਹੈ ਗਏ ਬਾਹਨ ਸਗਨ ਕਾਨ। ਬੜੀਆਂ ਸਮਰਥਾਵਾਂ ਨੇ, ਬੜੀ ਵੱਡੀ ਸੈਨਾ ਹੈ, ਲਸ਼ਕਰ ਹੈ, ਬੜੇ ਤਾਬਿਆਦਾਰ ਹੁਕਮ ਹਨ, ਪਰ ਤਾਸ ਪਟੰਤਰ ਨਾ ਪੁੱਜੈ। ਪਰ ਫਿਰ ਵੀ ਹਰੀ ਸੇਵਕਾ ਦੇ ਸਮਾਨ ਨਹੀਂ ਪੁੱਜ ਸਕਦੇ। ਦਾ ਗਹਿਰਾ ਭਾਵ ਇਹ ਹੈ ਕਿ ਜਦੋਂ ਮਨੁੱਖ ਦੇ ਕੋਲ ਸਮਰਥਾਵਾਂ ਵੱਧਦੀਆਂ ਨੇ, ਉਦੋਂ ਮਨੁੱਖ ਦੇ ਕੋਲ ਧਰਮ ਦਾ ਆਸ਼ਾ ਵੀ ਬੜਾ ਵਿਸਰਦਾ ਹੈ। ਇਸ ਕਰਕੇ ਕਿਉਂਕਿ ਸੰਪੱਤੀ ਧਨ ਆਦਿਕ ਵਧਣ ਦੇ ਨਾਲ ਉਹਦੀ ਦ੍ਰਿਸ਼ਟ ਦਾ ਤ੍ਰਿਸ਼ਨਾ ਮੂਲਕ ਪਰਿਵਰਤਨ ਹੋਣ ਲੱਗ ਪੈਂਦਾ ਹੈ। ਆਰੰਭ ਦੇ ਵਿੱਚ ਜਦ ਥੋੜ੍ਹਾ ਧਨ ਪ੍ਰਾਪਤ ਹੈ, ਉਦੋਂ ਉਹ ਰੱਬੀ ਹੋਣ ਦਾ ਥੋੜ੍ਹਾ ਬਹੁਤਾ ਅਹਿਸਾਸ ਹੈ। ਜਦੋਂ ਧਨ ਦੀ ਅਪਾਰ ਸੀਮਾ ਵੱਧ ਗਈ ਹੈ, ਆਪਣੇ ਤਾਣ ਦਾ ਬੜਾ ਵੱਡਾ ਪੱਧਰ ਵੱਧ ਗਿਆ ਹੈ, ਅਤੇ ਫਿਰ ਜਦੋਂ ਆਪਣੀ ਹਸਤੀ ਦੇ ਪ੍ਰਭਾਵ ਨੂੰ ਦੇਖਦਾ ਹੈ ਕਿ ਇਤਨੇ ਮਨੁੱਖ ਮੇਰੀ ਤਾਬਿਆਦਾਰ ਹਨ, ਮੇਰੇ ਹੁਕਮ ਅੰਦਰ ਹਨ, ਇਤਨਾ ਜ਼ਿਆਦਾ ਪਦਾਰਥ ਹੈ ਕਿ ਮੈਂ ਜੋ ਚਾਹਾਂ ਕਰ ਸਕਦਾ ਹਾਂ। ਜਦੋਂ ਪਦਾਰਥ ਦੇ ਅਤੇ ਆਪਣੀ ਹਸਤੀ ਦੇ ਹਉਮੈ ਵਾਲੇ ਤਾਣ ਨਾਲ ਉਹ ਧਰਤੀ ਦੇ ਸਾਰੇ ਕਾਰਜਾਂ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ, ਅਤੇ ਉਦੋਂ ਉਹਦੇ ਸਾਰੇ ਤਾਣ ਜਿੰਨੇ ਵੀ ਹੁੰਦੇ ਹਨ, ਉਹ ਸਾਰੇ ਧਰਤੀ ਦੇ ਲਈ ਬਿੱਖ ਸਾਬਤ ਹੋ ਜਾਂਦੇ ਨੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਤਾਸ ਪਟੰਤਰ ਨਾ ਪੁੱਜੈ। ਹੁਣ ਇਸ ਗੱਲ ਦੇ ਵਿੱਚ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ ਤਾਂ ਕਿ ਗੱਲ ਸਪਸ਼ਟ ਹੋ ਜਾਏ ਕਿ ਦੁਨੀਆ ਦੇ ਵਿੱਚ ਜਿਹੜੇ ਮਾਇਆ ਕੇਂਦਰਿਤ ਅਧਰਮ ਕਦੋਂ ਪੈਦਾ ਹੋਇਆ। ਅਸੀਂ ਕਦੀ ਇਸ ਗੱਲ ਦੀ ਗੁਰਬਾਣੀ ਦੇ ਅੰਦਰ ਵਿਚਾਰ ਜੇ ਪੜ੍ਹੀਏ ਤਾਂ ਬੜੀ ਗੁਹਜ ਹੈ। ਅਧਰਮ ਕਦੋਂ ਪੈਦਾ ਹੋਇਆ? ਜਦੋਂ ਬੰਦੇ ਦੇ ਮਨ ਅੰਦਰ ਮਾਇਆ ਦੇ ਪ੍ਰਭਾਵ ਨੇ ਦਖਲ ਦਿੱਤਾ ਅਤੇ ਉਹ ਪ੍ਰਭਾਵ ਵਿਵਹਾਰ ਰੂਪ ਦੇ ਵਿੱਚ ਪ੍ਰਗਟ ਹੋਇਆ। ਕੋਈ ਬੰਦਾ ਲੋਭ ਦੇ ਵਿੱਚ ਗਰਸਿਆ ਹੋਵੇ, ਭਾਵੇਂ ਸਾਰੀ ਜ਼ਿੰਦਗੀ ਗਰਸਿਆ ਰਹੇ, ਕੋਈ ਨੁਕਸਾਨ ਨਹੀਂ, ਪਰ ਜਦੋਂ ਉਹਦੇ ਲੋਭ ਦੇ ਗਰਸੇ ਹੋਏ ਦਾ ਵਿਵਹਾਰ ਬਣੇਗਾ, ਉਦੋਂ ਉਹ ਧਰਤੀ ਦੇ ਲਈ ਜ਼ਹਿਰ ਬਣੇਗਾ। ਉਹ ਦੂਜੇ ਦੇ ਹੱਕ ਦੀ, ਦੂਜੇ ਦੇ ਅਧਿਕਾਰ ਦੀ, ਦੂਜੇ ਦੀ ਸਮਰੱਥਾ ਦੀ ਜਿਹੜੀ ਹੈ ਛੀਨ ਕਪਟ ਕਰੇਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਨ ਕੀ ਪਨਹਾਰ। ਹੁਣ ਇਸ ਗੱਲ ਲਈ ਕਿਉਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਹਰ ਜਨ ਦਾ ਭਾਵ ਕਿ ਉਹ ਹਰੀ ਸਰੂਪ ਦੇ ਭਾਵ 'ਚ ਜਿਉਂਦਾ ਹੈ। ਜਿਵੇਂ ਅਸੀਂ ਅਕਾਲ ਪੁਰਖ ਦੇ ਸੰਬੰਧ ਵਿੱਚ ਜਾਣਦੇ ਹਾਂ ਕਿ ਦੇਂਦਾ ਦੇ ਲੈਂਦੇ ਥੱਕ ਪਾਹੇ। ਇੱਕ ਉਹ ਹੈ ਜਿਹੜਾ ਸਦੀਵ ਸਾਨੂੰ ਦੇ ਰਿਹਾ ਹੈ ਅਤੇ ਅਸੀਂ ਥੱਕ ਜਾਂਦੇ ਹਾਂ, ਪਰ ਉਹਦੇ ਦੇਣ 'ਚ ਕੋਈ ਰੁਕਾਵਟ ਨਹੀਂ ਹੈ, ਕਿਸੇ ਤਰ੍ਹਾਂ ਦਾ ਅਹਿਸਾਨ ਨਹੀਂ ਹੈ, ਕਿਸੇ ਤਰ੍ਹਾਂ ਦੀ ਕੋਈ ਖੁਦਗਰਜੀ ਦੀ ਭਾਵਨਾ ਨਹੀਂ ਹੈ। ਪਰ ਜਿਹੜਾ ਸੰਸਾਰ ਦੇ ਤਲ 'ਤੇ ਦਾਤਾ ਪੈਦਾ ਹੋ ਜਾਂਦਾ ਹੈ, ਉਹ ਆਪਣੀ ਗੁਮਾਨ ਦੀ ਪ੍ਰਵਿਰਤੀ ਨੂੰ ਵੱਡਾ ਕਰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਨ ਕੀ ਪਨਹਾਰ। ਮਾਇਆ ਕੇਂਦਰਿਤ ਬੰਦੇ ਧਰਤੀ ਲਈ ਦੁੱਖ ਕਿਵੇਂ ਬਣਦੇ ਹਨ, ਇਹ ਪ੍ਰਮਾਣ ਆਪਦੇ ਸਨਮੁਖ ਰੱਖਦੇ ਹਾਂ। ਕਹਿੰਦੇ ਜਦ ਦਰਿਆਏ ਸਿੰਧ ਤੋਂ ਸਿਕੰਦਰ ਪਾਰ ਲੰਘਣ ਲੱਗਾ ਤਾਂ ਉੱਥੇ ਜਦੋਂ ਉਹਦੀ ਇੱਕ ਬਹੁਤ ਵੱਡੀ ਸੈਨਾ ਸੀ, ਜਦੋਂ ਉਹਦੀ ਸੈਨਾ ਲੰਘਣ ਲੱਗੀ ਅਤੇ ਬੜਾ ਖੜਾਕ ਹੋਇਆ, ਪਰ ਕੰਢੇ 'ਤੇ ਇੱਕ ਫਕੀਰ ਸੁੱਤਾ ਸੀ, ਲੰਮੇ ਪਿਆ ਹੋਇਆ ਸੀ ਆਪਣੀ ਮੌਜ ਦੇ ਵਿੱਚ। ਬੜਾ ਖੜਾਕ ਹੋਇਆ, ਸੈਨਾਵਾਂ ਪਾਰ ਲੰਘੀਆਂ, ਉਹਦੀ ਆਖਰੀ ਸਵਾਰੀ ਵੀ ਪਾਰ ਲੰਘੀ, ਅਤੇ ਜਦੋਂ ਆਖਰ ਦੇ ਵਿੱਚ ਸਿਕੰਦਰ ਆਪ ਲੰਘਣ ਲੱਗਾ, ਉਹਨੇ ਦੇਖਿਆ ਕਿ ਇੰਨੀ ਜ਼ਿਆਦਾ ਮੇਰੀ ਸੈਨਾ ਲੰਘੀ, ਇੰਨਾ ਜ਼ਿਆਦਾ ਇਹਦੇ ਵਿੱਚ ਖੜਾਕ ਹੋਇਆ, ਸ਼ੋਰ ਹੋਇਆ, ਪਰ ਇਸ ਫਕੀਰ ਦੀ ਜਿਹੜੀ ਮੌਜ ਹੈ, ਜਿਹੜੀ ਇਹਦੀ ਅਵਸਥਾ ਹੈ, ਜਿਸ ਹਾਲਤ ਦੇ ਵਿੱਚ ਇਹ ਲੇਟਿਆ ਹੋਇਆ, ਉਹਦੇ ਵਿੱਚ ਜਰਾ ਜਿੰਨਾ ਵੀ ਫਰਕ ਨਹੀਂ ਪਿਆ। ਭਾਵ ਕਿ ਘੁੰਮ ਕੇ ਨਹੀਂ ਦੇਖਿਆ ਕਿ ਕੌਣ ਲੰਘ ਰਿਹਾ ਹੈ ਜਾਂ ਨਦੀ ਵਿੱਚ ਕੀ ਹੋ ਰਿਹਾ, ਕੋਈ ਫਰਕ ਨਹੀਂ ਪਿਆ। ਇਸ ਗੱਲ ਨੂੰ ਉਹਨੇ ਬੜਾ ਪ੍ਰਭਾਵਿਤ ਕੀਤਾ ਅਤੇ ਉਹ ਦਰਿਆ ਪਾਰ ਕਰਨ ਤੋਂ ਪਹਿਲਾਂ ਥੋੜ੍ਹਾ ਉਹਦੀ ਤਰਫ ਚੱਲ ਕੇ ਆਇਆ। ਆ ਕੇ ਕਹਿਣ ਲੱਗਾ ਕਿ ਫਕੀਰ ਸਾਈਂ, ਇਸ ਨਦੀ ਦੇ ਵਿੱਚੋਂ ਐਡਾ ਵੱਡਾ ਲਸ਼ਕਰ ਲੰਘਿਆ,
ਇੰਨਾ ਸ਼ੋਰ ਹੋਇਆ ਅਤੇ ਤੈਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪਿਆ, ਤੂੰ ਦੇਖਣਾ ਨਹੀਂ ਚਾਹੇਂਗਾ ਸ਼ੋਰ ਕਿਸ ਗੱਲ ਦਾ ਹੈ। ਉਸ ਫਕੀਰ ਨੇ ਜਵਾਬ ਦਿੱਤਾ, ਕਹਿੰਦਾ ਸ਼ੋਰ ਤਾਂ ਹੋਰ ਵੀ ਬੜੇ ਨੇ, ਜੇ ਇਹਨਾਂ ਸ਼ੋਰਾਂ ਨੂੰ ਹੀ ਸੁਣਦਾ ਰਹਾਂ ਅਤੇ ਅੰਦਰਲੇ ਸ਼ੋਰ ਸੁਣਾਈ ਨਹੀਂ ਦੇਣਗੇ, ਇਸ ਕਰਕੇ ਮੈਂ ਇਹਨਾਂ ਵੱਲੋਂ ਬੋਲਾ ਹਾਂ, ਬੇਖਬਰ ਹਾਂ, ਮੈਨੂੰ ਇਹ ਸੁਣਾਈ ਨਹੀਂ ਦਿੰਦੇ, ਕਿਉਂ ਇਹ ਸੰਸਾਰ ਦੀ ਭਟਕਣ ਦੇ ਸ਼ੋਰ ਨੇ, ਇਹਦੇ ਵਿੱਚ ਕੋਈ ਭਗਤੀ ਥੋੜ੍ਹਾ ਹੈ। ਇਸ ਕਰਕੇ ਕਹਿੰਦਾ ਫਿਰ ਜੇ ਤੂੰ ਨਹੀਂ ਜਾਣਦਾ ਤਾਂ ਮੈਂ ਤੈਨੂੰ ਦੱਸ ਦਿੰਦਾ ਕਿ ਇਹ ਵਿਸ਼ਵ ਜੇਤੂ ਸਿਕੰਦਰ ਦੀ ਇੱਥੋਂ ਬੜੀ ਵੱਡੀ ਸੈਨਾ ਲੰਘੀ, ਤਾਂ ਕਰਕੇ ਸ਼ੋਰ ਹੋਇਆ, ਅਤੇ ਤੂੰ ਮੈਨੂੰ ਜਾਣਦਾ ਮੈਂ ਕੌਣ ਹਾਂ? ਫਕੀਰ ਨੂੰ ਕਹਿਣ ਲੱਗਾ ਸਿਕੰਦਰ। ਉਹ ਕਹਿਣ ਲੱਗਾ ਜਾਣਦਾ ਹਾਂ। ਬੜਾ ਖੁਸ਼ ਹੋਇਆ ਕਿ ਮੈਨੂੰ ਜਾਣਦਾ ਹੈ ਕਿ ਮੈਂ ਸਿਕੰਦਰ ਹਾਂ। ਕਹਿੰਦਾ ਕੌਣ ਆ ਦੱਸ? ਕਹਿੰਦਾ ਤੂੰ ਵੀ ਆਮ ਮਨੁੱਖਾਂ ਵਰਗਾ ਇੱਕ ਮਨੁੱਖ ਹੈ, ਜਿਵੇਂ ਬਾਕੀ ਸਾਰੇ ਭੱਜ ਦੌੜ ਕਰੀ ਫਿਰਦੇ ਨੇ ਉਵੇਂ ਤੂੰ ਵੀ ਕਰਦਾ ਹੋਏਗਾ। ਕਹਿੰਦਾ ਨਹੀਂ, ਮੈਂ ਸਿਕੰਦਰ ਹਾਂ, ਵਿਸ਼ਵ ਵਿਜੇਤਾ। ਅੱਛਾ, ਕਹਿੰਦਾ ਉਹ ਕੀ ਹੁੰਦਾ ਹੈ? ਕਹਿੰਦਾ ਜਿਹਨੇ ਸਾਰੇ ਵਿਸ਼ਵ ਨੂੰ ਜਿੱਤਿਆ ਹੋਵੇ। ਫਕੀਰ ਨੇ ਮੱਥੇ 'ਤੇ ਹੱਥ ਮਾਰਿਆ, ਕਹਿਣ ਲੱਗਾ ਅੱਛਾ ਸਾਰੇ ਵਿਸ਼ਵ ਨੂੰ ਜਿੱਤਿਆ, ਹੁਣ ਆ ਦਰਿਆ ਪਾਰ ਕਰਕੇ ਕਿੱਧਰ ਚੱਲਿਆ? ਕਹਿੰਦਾ ਭਾਰਤ ਦੀ ਸਰਜ਼ਮੀਨ ਰਹਿ ਗਈ, ਇਹਨੂੰ ਜਿੱਤਣ ਚੱਲਿਆ। ਅੱਛਾ, ਕਹਿੰਦਾ ਇਸ ਨੂੰ ਜਿੱਤ ਕੇ ਇਸ ਤੋਂ ਬਾਅਦ ਕਰੇਗਾ? ਕਹਿੰਦਾ ਫਿਰ ਜਿਹੜੇ ਬਾਕੀ ਦੇਸ਼ ਰਹਿ ਗਏ ਉਹਨਾਂ ਨੂੰ ਜਿੱਤਾਂਗਾ। ਕਹਿੰਦਾ ਫਿਰ ਸਾਰੀ ਹੋਰ ਦੇਸ਼ਾਂ ਨੂੰ ਜਿੱਤਾਂਗਾ। ਕਹਿੰਦਾ ਫਿਰ ਕਹਿੰਦਾ ਜਦੋਂ ਸਾਰੇ ਦੇਸ਼ਾਂ ਨੂੰ ਜਿੱਤ ਲਿਆ, ਸਾਰੇ ਜਗ੍ਹਾ ਮੇਰਾ ਰਾਜ ਕਾਇਮ ਹੋ ਗਿਆ, ਫਿਰ ਮੈਂ ਬੈਠ ਕੇ ਆਰਾਮ ਦੇ ਨਾਲ ਵਿਸ਼ਵ ਵਿਜੇਤਾ ਬਣ ਕੇ ਆਰਾਮ ਕਰਾਂਗਾ, ਸੁੱਖ ਆਨੰਦ ਮਾਣਾਂਗਾ। ਉਹ ਫਕੀਰ ਕਹਿਣ ਲੱਗਾ, ਉਹਨੇ ਸਰਲ ਜਿਹੀ ਭਾਸ਼ਾ 'ਚ ਹੀ ਕਿਹਾ, ਕਹਿੰਦਾ ਇੰਨੇ ਸਿਆਪੇ ਕਰਕੇ ਤੂੰ ਆਰਾਮ ਕਰੇਂਗਾ, ਰਾਜਾ ਬਣੇਗਾ, ਅਤੇ ਫਿਰ ਕਹਿੰਦਾ ਮੈਂ ਆਨੰਦ ਨਾਲ ਟਿਕ ਕੇ ਬੈਠਾਂਗਾ। ਤੇਰੇ ਤੋਂ ਵੱਡਾ ਤਾਂ ਵਿਸ਼ਵ ਵਿਜੇਤਾ ਮੈਂ ਹਾਂ, ਕਿਸੇ ਨੂੰ ਨਹੀਂ ਦਬਾਇਆ, ਕਿਸੇ ਨੂੰ ਨਹੀਂ ਤੰਗ ਕੀਤਾ, ਕਿਸੇ ਦੇ ਜੀਵਨ 'ਤੇ ਬੋਝ ਨਹੀਂ, ਕਿਸੇ ਤਰ੍ਹਾਂ ਦੀ ਭਟਕਣ ਨਹੀਂ, ਕੋਈ ਸ਼ੋਰ ਨਹੀਂ, ਤੇਰੇ ਨਾਲੋਂ ਵੱਡੇ ਆਨੰਦ ਵਿੱਚ ਮੈਂ ਬੈਠਾ ਹੋਇਆ, ਇਸ ਕਰਕੇ ਵਿਸ਼ਵ ਵਿਜੇਤਾ ਮੈਂ ਹਾਂ। ਅਸੀਂ ਰੋਜ਼ਾਨਾ ਬਾਣੀ 'ਚ ਵਾਕ ਪੜ੍ਹਦੇ ਨਾ, ਮਨ ਜੀਤੈ ਜਗ ਜੀਤ। ਉਹ ਕਹਿੰਦਾ ਤੇਰਾ ਜਿਹੜਾ ਆਰਾਮ ਹੈ ਉਹ ਹਜ਼ਾਰਾਂ ਬੰਦਿਆਂ ਦੇ ਕਤਲ ਦੇ ਉੱਪਰ ਟਿਕਿਆ ਹੋਇਆ ਹੈ, ਤੇਰੇ ਜਿਹੜੇ ਜੀਵਨ 'ਚ ਆਨੰਦ ਹੈ ਉਹ ਹਜ਼ਾਰਾਂ ਬੰਦਿਆਂ ਦੀ ਗੁਲਾਮੀ ਦੇ ਉੱਪਰ ਟਿਕਿਆ ਹੋਇਆ ਹੈ, ਕਿ ਹਜ਼ਾਰਾਂ ਨੂੰ ਕਤਲ ਕਰਕੇ ਰਾਜ ਕਾਇਮ ਕਰਾਂਗਾ, ਹਜ਼ਾਰਾਂ ਨੂੰ ਗੁਲਾਮ ਕਰਕੇ ਆਪਣੇ ਅਧੀਨ ਕਰੇਂਗਾ, ਅਤੇ ਫਿਰ ਸਮਝੇਗਾ ਮੈਂ ਵਿਸ਼ਵ ਵਿਜੇਤਾ। ਇਸ ਕਰਕੇ ਉਹ ਫਕੀਰ ਕਹਿਣ ਲੱਗਾ ਤੂੰ ਅਸਲ ਦੇ ਵਿੱਚ ਦੁਨੀਆ ਤੋਂ ਵੱਡਾ ਕੰਗਾਲ ਹੀ ਨਹੀਂ, ਕਿ ਆਪਣਾ ਆਨੰਦ ਦੂਜੇ ਨੂੰ ਦਬਾ ਕੇ ਲੱਭ ਰਹੇ ਹਾਂ, ਆਪਣੇ ਜੀਵਨ ਦਾ ਟਿਕਾ ਦੂਜੇ ਨੂੰ ਖਤਮ ਕਰਕੇ ਲੱਭ ਰਹੇ ਹਾਂ, ਆਪਣੇ ਜੀਵਨ ਦਾ ਸਕੂਨ ਦੂਜੇ ਨੂੰ ਖਤਮ ਕਰਕੇ ਲੱਭ ਰਿਹਾ। ਤੇਰੇ ਤੋਂ ਵੱਡਾ ਕੰਗਾਲ ਕੌਣ ਹੋ ਸਕਦਾ? ਭਾਵ ਕਿ ਤੂੰ ਆਪਣੇ ਆਨੰਦ ਦੀ ਜਿਹੜੀ ਪ੍ਰਾਪਤੀ ਹੈ ਉਹਨੂੰ ਆਪਣੇ ਅੰਦਰੋਂ ਕਾਇਮ ਨਹੀਂ ਕਰ ਸਕਦੇ। ਇਸ ਕਰਕੇ ਮੈਂ ਆਰੰਭ 'ਚ ਨੁਕਤਾ ਅਰਜ਼ ਕਰ ਦਿੱਤਾ ਸੀ ਕਿ ਮਾਇਆ ਕੇਂਦਰਿਤ ਬੰਦੇ ਧਰਤੀ ਦੇ ਲਈ ਅਧਰਮ ਪੈਦਾ ਕਰਦੇ ਨੇ। ਉਹ ਕਿਤੇ ਵੀ ਹੋਣ, ਕੋਈ ਇੱਕ ਨਹੀਂ ਕਿ ਉਹ ਮੈਂ ਕੋਈ ਇਸ ਰਾਜ ਪੱਖ ਦੀ ਗੱਲ ਕੀਤੀ ਤਾਂ ਆਪ ਜੀ ਨੂੰ ਲੱਗੇ, ਉਹ ਕਿਸੇ ਵੀ ਪੱਖ ਵਿੱਚ ਹੋ ਸਕਦੇ ਨੇ, ਉਹ ਧਰਮ ਦੇ ਅੰਦਰ ਵੀ ਹੋ ਸਕਦੇ ਨੇ, ਉਹ ਕਿਸੇ ਵੀ ਪੱਖ 'ਤੇ ਹੋ ਸਕਦੇ ਨੇ। ਇਸ ਕਰਕੇ ਮਾਇਆ ਕੇਂਦਰਿਤ, ਕਿਉਂਕਿ ਜਦੋਂ ਬੰਦੇ ਦੇ ਅੰਦਰ ਇਸ ਕਰਕੇ ਜਿਹੜਾ ਤਾਂ ਕਰਕੇ ਜਿਵੇਂ ਅਸੀਂ ਗੁਰਬਾਣੀ ਵਿੱਚ ਵਾਕ ਪੜ੍ਹਦੇ ਹਾਂ ਨਾ, ਜਦੋਂ ਇਹ ਵਾਕ ਕਹੇ ਜਾਂਦੇ ਨੇ ਉਹਨਾਂ ਵਾਕਾਂ ਦਾ ਇੱਕ ਗਹਿਰਾ ਭਾਵ ਹੈ। ਜਦੋਂ ਕਿਹਾ ਜਾਂਦਾ ਨਾ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਉਹਨਾਂ ਵਾਕਾਂ ਦੇ ਭਾਵ ਹੈ ਕਿ ਜੇ ਦੁਨੀਆ ਨੂੰ ਕੋਈ ਫੀਡ ਕਰਨ ਵਾਲਾ ਛੋਟੇ ਪੱਧਰ 'ਤੇ ਕੋਈ ਸਰੋਤ ਬੰਦਾ, ਕੋਈ ਸਮਰੱਥਾ ਪੈਦਾ ਹੋ ਗਈ, ਅਤੇ ਉਹ ਪਰਮੇਸ਼ਰ ਦੇ ਸਰਮੌਰ ਨਹੀਂ ਹੋ ਸਕਦੀ, ਅਤੇ ਮਤਾ ਉਹਨੂੰ ਤਾਂ ਕਰਕੇ ਤੁਮ ਹੋ ਸਭ ਰਾਜਨ ਕੇ ਰਾਜਾ ਕਿਹਾ ਜਾਂਦਾ ਹੈ। ਉਹਦੇ ਵਿੱਚ ਇਹ ਭਾਵ ਸਮਾਏ ਹੋਏ ਹਨ ਕਿ ਜਦੋਂ ਧਰਤੀ 'ਤੇ ਬੰਦਾ ਆਪਣੀ ਹਸਤੀ ਪੈਦਾ ਕਰਦਾ, ਜਿਵੇਂ ਅੱਜ ਸਾਨੂੰ ਇਹਨਾਂ ਗੱਲਾਂ ਦੇ ਘੱਟ ਇਲਮ ਨੇ, ਜਿਹੜਾ ਪੱਛਮ ਹੈ ਉਹਦੇ ਵਿੱਚ ਇੱਕ ਦੌੜ ਚੱਲ ਰਹੀ ਹੈ ਕਿ ਇਹ ਅੱਜ ਦੀ ਨਹੀਂ, ਉਹਨਾਂ ਤੋਂ 100-150 ਸਾਲ ਪਹਿਲਾਂ ਦੌੜ ਸ਼ੁਰੂ ਹੋ ਗਈ ਹੈ। ਜਿਹੜੀ ਉਹਨਾਂ ਗੌਡ ਦੀ ਕੰਸੈਪਸ਼ਨ ਜਦੋਂ ਈਸਾਈਅਤ ਦੀ ਚਰਚ ਨੇ ਬਣਾਈ, ਤਾਂ ਉਦੋਂ ਉੱਧਰ ਦੀ ਜਿਤਨੀ ਸਾਰੀ ਸਮਰੱਥਾ ਹੈ ਵੈਸਟ ਦੀ, ਉਹਦਾ ਜ਼ੋਰ ਲੱਗਿਆ ਹੋਇਆ, ਅੱਜ ਤੱਕ ਵੀ ਲੱਗਿਆ ਹੋਇਆ, ਹੁਣ ਤਾਂ ਬਹੁਤ ਅੱਗੇ ਚਲੇ ਗਏ ਨੇ, ਕਿ ਜਿੱਥੇ ਏਸ਼ੀਆ ਨੇ ਜਾਂ ਭਾਰਤ ਨੇ ਜਾਂ ਧਰਮ ਨੇ ਸੈਂਟਰ ਅਕਾਲ ਪੁਰਖ ਨੂੰ ਬਣਾਇਆ ਹੋਇਆ ਹੈ, ਉੱਥੇ ਅਸੀਂ ਮੈਨ ਸੈਂਟਰਡ ਪਾਵਰ ਲਿਆਉਣੀ ਹੈ। ਇਸ ਕਰਕੇ ਉਹ ਸਾਰੇ ਯਤਨ ਕਰ ਰਹੇ ਨੇ। ਆਪ ਜੀ ਨੂੰ ਸ਼ਾਇਦ ਹੈਰਾਨਗੀ ਹੋਵੇ ਕਿ ਉਹ ਇੱਥੋਂ ਤੱਕ ਵੀ ਪਹੁੰਚ ਗਏ ਨੇ ਕਿ ਇਸਤਰੀ ਮਰਦ ਦੇ ਸੰਬੰਧ ਤੋਂ ਬਿਨਾਂ ਬੰਦਾ ਪੈਦਾ ਕੀਤਾ ਜਾ ਸਕੇ, ਅਤੇ ਇਹੋ ਜਿਹੇ ਯਤਨ ਵੀ ਚੱਲ ਰਹੇ ਹਨ ਕਿ ਮੌਤ ਦੇ ਸੰਕਟ ਨੂੰ ਟਾਲਿਆ ਜਾ ਸਕੇ। ਬਾਡੀ ਦੀ ਕੈਮੀਕਲ ਸਾਇੰਸ ਇੰਨੀ ਜ਼ਿਆਦਾ ਉਹਦੀ ਗਹਿਰੀ ਖੋਜ ਕਰ ਰਹੇ ਹਨ ਕਿ ਬੰਦਾ ਮਰਨ 'ਚ ਹੀ ਨਾ ਆਵੇ। ਮਤਲਬ ਜਿਹੜੇ ਭੂਮੀ ਧਨਪਤੀ ਲੋਕ ਨੇ ਉਹ ਇਸ ਤਰ੍ਹਾਂ ਦੇ ਯਤਨਾਂ ਨੂੰ ਅੰਜਾਮ ਦੇ ਰਹੇ ਨੇ। ਇੱਕ ਲੇਖਕ ਹੋਇਆ ਪਿੱਛੇ ਜੇ ਨਵਾਲ ਜੋ ਹਰਾਰੀ,
ਉਹਨੇ ਵਰਲਡ ਦੇ 2050 ਤੱਕ ਦੇ ਫਿਨੋਮਨੇ ਦੱਸੇ ਹੋਏ ਨੇ ਕਿ ਵਰਲਡ ਦੇ ਵਿੱਚ ਜਿਹੜੇ ਪੂੰਜੀਪਤੀ ਹਨ ਉਹ ਕਿਵੇਂ ਸੰਸਾਰ ਨੂੰ ਆਪਣੇ ਕੰਟਰੋਲ ਹੇਠ ਕਰਨਗੇ। ਆ ਜਿਹੜਾ ਪਿਛਲਾ ਇੱਕ ਵਰਤਾਰਾ ਚੱਲਿਆ ਮਹਾਂਮਾਰੀ ਦਾ, ਇਹਦੇ ਵਿੱਚ ਵੀ ਉਹਦੇ ਕਈ ਅੰਸ਼ ਪਏ ਹੋਏ ਹਨ ਕਿ ਇਸ ਨੁਕਤੇ ਦੇ ਨਾਲ ਬੜਾ ਕੁਝ ਕੰਟਰੋਲ ਕੀਤਾ ਜਾਏਗਾ। ਸਾਨੂੰ ਤਾਂ ਕੇਵਲ ਮਹਾਂਮਾਰੀ ਲੱਗਦੀ ਹੈ, ਪਰ ਉਹਦੇ ਮਗਰ ਕਈ ਵਰਤਾਰੇ ਚੱਲਣੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਹੈ ਗਏ ਬਾਹਨ ਸਗਨ ਕੰਨ। ਇੱਕ ਬੰਦਾ ਜਿਹਨੇ ਸੰਤੋਖ ਕਮਾਇਆ ਅਤੇ ਉਹਦਾ ਸੰਤੋਖ ਦੂਜੇ ਲਈ ਕਸ਼ਟ ਨਹੀਂ ਬਣ ਰਿਹਾ। ਇੱਕ ਜਿਹਨੇ ਸੰਤੋਖ ਨੂੰ ਗਵਾਤਾ, ਉਹ ਭਾਵੇਂ ਯਤਨ ਵੀ ਕਰ ਰਿਹਾ ਪਰ ਉਹਦਾ ਯਤਨ ਦੂਜਿਆਂ ਦੇ ਲਈ ਅਧਰਮ, ਕਸ਼ਟ, ਜਬਰ, ਜ਼ੁਲਮ ਬਣਦਾ ਜਾ ਰਿਹਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪੁਨਹਾਰ। ਕਿਉਂਕਿ ਉਹਦੇ ਕੋਲ ਸੰਤੋਖ ਹੈ ਅਤੇ ਉਹ ਧਰਤੀ ਦੇ ਕਲਿਆਣਕਾਰੀ। ਜਿਵੇਂ ਹੁਣ ਇਸ ਗੱਲ ਨੂੰ ਪ੍ਰਕਿਰਤੀ ਦੇ ਧਰਮ ਦੀ ਮੈਂ ਗੱਲ ਕੀਤੀ ਸੀ ਸ਼ੁਰੂ 'ਚ, ਉਹ ਦੁਬਾਰਾ ਆਪ ਦੇ ਸਨਮੁਖ ਰੱਖਦੇ ਹਾਂ। ਰੁੱਖ ਪ੍ਰਕਿਰਤੀ ਦੇ ਵਿੱਚ ਆਉਂਦੇ ਨੇ, ਉਹਨਾਂ ਨੇ ਪ੍ਰਕਿਰਤੀ ਦੇ ਵਿਚਲਾ ਧਰਮ ਧਾਰਨ ਕੀਤਾ ਹੋਇਆ। ਰੁੱਖ ਦਾ ਬੀਜ ਇੱਕ ਦਫਾ ਕੋਈ ਬੀਜਦਾ ਹੈ, ਪਹਿਲੀ ਗੱਲ ਬੀਜਦਾ ਨਹੀਂ, ਸੁੱਟ ਦਿੰਦਾ, ਬਹੁਤ ਵਾਰੀ ਸੁੱਟ ਦਿੰਦੇ ਨੇ। ਆਹ ਤਾਂ ਹੁਣ ਵਾਤਾਵਰਣ ਸੰਕਟ ਨੂੰ ਦੇਖ ਕੇ ਕੋਈ ਰੁੱਖ ਲਗਾ ਰਿਹਾ, ਨਹੀਂ ਤੇ ਆਪਣੇ ਆਪ ਰੁੱਖਾਂ ਦਾ ਧਰਮ ਚੱਲਦਾ ਹੈ। ਰੁੱਖ ਇੱਕ ਧਰਤੀ 'ਤੇ ਪੈਦਾ ਹੁੰਦਾ ਹੈ, ਉਸ ਤੋਂ ਬਾਅਦ ਉਹਦੇ ਅੰਦਰ ਛਾਂ ਦਾ ਸੁੱਖ ਹੈ, ਉਹਦੇ ਅੰਦਰ ਜਿਹੜਾ ਹੈ ਫਲ ਦਾ ਸੁੱਖ ਹੈ, ਹੋਰ ਕਈ ਤਰ੍ਹਾਂ ਦੇ ਸੁੱਖ ਮੌਜੂਦ ਨੇ ਇੱਕ ਰੁੱਖ ਵਿੱਚ। ਪਰ ਇਹ ਸਾਰਾ ਕੁਝ ਰੁੱਖ ਧਰਤੀ ਨੂੰ ਦੇ ਰਿਹਾ, ਪਰ ਇਹਦਾ ਕੋਈ ਇਵਜ਼ ਨਹੀਂ ਕਬੂਲ ਰਿਹਾ, ਭਾਵ ਕਿ ਇਹਦਾ ਕੋਈ ਫੀਸ ਨਹੀਂ ਕਬੂਲ ਰਿਹਾ। ਇਸ ਤੋਂ ਇਲਾਵਾ ਜੇ ਬੰਦੇ ਨੂੰ ਉਹਦੀ ਛਾਂ ਦੀ, ਉਹਦੇ ਫਲ ਦੀ ਕਦਰ ਨਾ ਰਹੇ ਅਤੇ ਆਪਣੇ ਹਿੱਤ ਦੀ ਪੂਰਤੀ ਦੇ ਲਈ ਰੁੱਖ ਨੂੰ ਕੱਟਣਾ ਚਾਹੇ, ਉਹਦਾ ਜੀਵਨ ਖਤਮ ਕਰਨਾ ਚਾਹੇ, ਅਤੇ ਰੁੱਖ ਦੀ ਮੌਤ ਵੀ ਮਨੁੱਖ ਦੇ ਜੀਵਨ ਨੂੰ ਲਾਭ ਪਹੁੰਚਾਉਂਦੀ ਹੈ, ਜਿਵੇਂ ਬਾਲਣ ਦੇ ਨਾਲ ਸੰਸਕਾਰ ਕੀਤਾ ਜਾਂਦਾ ਹੈ। ਏਡਾ ਵੱਡਾ ਪ੍ਰਕਿਰਤਿਕ ਧਰਮ ਧਾਰਨ ਕਰੀਏ ਅਤੇ ਤਾਂ ਧਰਤੀ 'ਤੇ ਧਰਮ ਕਾਇਮ ਹੁੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਨ੍ਹਾਂ ਕੋਲ ਸਮਰੱਥਾਵਾਂ ਹੁੰਦੀਆਂ ਨੇ ਉਹ ਧਰਤੀ ਦੀ ਬਖਸ਼ਿਸ਼ ਰੂਪ ਨੂੰ ਆਪਣਾ ਨਿੱਜ ਬਣਾ ਕੇ ਅਤੇ ਫਿਰ ਇਸੇ ਹੀ ਖਲਕਤ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੰਦੇ ਨੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਛਤਰਪਤੀ ਕੀ ਨਾਰ। ਇਸ ਕਰਕੇ ਜਿੰਨੀਆਂ ਉਹਨਾਂ ਦੀਆਂ ਸਮਰੱਥਾਵਾਂ ਹਨ ਉਹ ਸਾਰੀਆਂ ਵਿਅਰਥ ਕੂੜ ਹਨ। ਜਦੋਂ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਨਾ ਆਸਾ ਦੀ ਵਾਰ ਦੇ ਵਿੱਚ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਉੱਥੇ ਗੱਲ ਬੜੀ ਗਹਿਰੀ ਗੁਰੂ ਸਾਹਿਬ ਜੀ ਨੇ ਕਹੀ। ਕੂੜ ਦਾ ਭਾਵ ਕੀ ਹੈ ਕਿ ਜਦੋਂ ਮਾਲਕ ਨੇ ਨਿਜ਼ਾਮ ਰਚੇ, ਉਹਨੇ ਕਿਸੇ ਨੂੰ ਵਿਸ਼ੇਸ਼ ਸਿਰਮੌਰ ਨਹੀਂ ਬਣਾਇਆ, ਪਰ ਜਦੋਂ ਇੱਥੇ ਆ ਕੇ ਜਿਹਦੇ ਕੋਲੋਂ ਪਦਾਰਥ ਦੀ ਸੀਮਾ ਵੱਧ ਗਈ, ਉਹ ਦੁਨੀਆ ਦਾ ਸਿਰਮੌਰ ਬਣਨ ਦੀ ਕੋਸ਼ਿਸ਼ ਕਰਨ ਲੱਗ ਪਿਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਹਰ ਜਨ ਕੀ ਪਨਹਾਰ। ਉਸ ਰਾਜ ਦੀ ਪਟਰਾਣੀ ਉਸ ਸੇਵਕਾ ਦੇ ਬਰਾਬਰ ਨਹੀਂ ਪੁੱਜ ਸਕਦੀ। ਇੱਕ ਪ੍ਰਮਾਣ ਹੋਰ ਆਪਦੇ ਸਨਮੁਖ ਰੱਖਦੇ ਹਾਂ ਕਿ ਇੱਕ ਤਾਂ ਹੋ ਗਿਆ ਮਾਇਆ ਕੇਂਦਰਿਤ ਜੀਵਨ, ਇੱਕ ਮਾਇਆ ਤੋਂ ਨਿਰਲੇਪ ਜੀਵਨ ਕੀ ਹੁੰਦਾ ਹੈ, ਉਹ ਧਰਤੀ ਲਈ ਸੁੱਖ ਕਿਵੇਂ ਪੈਦਾ ਕਰਦਾ ਹੈ। ਜਿਵੇਂ ਇੱਕ ਬਹੁਤ ਵੱਡਾ ਕੋਈ ਸਮੇਂ ਇੱਕ ਬਹੁਤ ਵੱਡਾ ਅਮੀਰ ਬੰਦਾ ਫਕੀਰ ਹੋ ਗਿਆ। ਫਕੀਰ ਹੋਣ ਤੋਂ ਪਹਿਲਾਂ ਉਹ ਜਿਸ ਦੇ ਉਪਦੇਸ਼ ਨਾਲ ਫਕੀਰ ਹੋਇਆ, ਉਹਨੇ ਉਹਨੂੰ ਕਿਹਾ ਕਿ ਤੂੰ ਧਨ ਛੱਡ ਨਾ, ਤੂੰ ਧਨ ਨੂੰ ਸੇਵਾ ਦੇ ਵਿੱਚ ਲਗਾ ਦੇ। ਉਹ ਕਹਿਣ ਲੱਗਾ ਕਿਸ ਤਰ੍ਹਾਂ? ਕਹਿੰਦਾ, ਜਿੰਨੀ ਸੰਪੱਤੀ ਹੈ ਤੂੰ ਜਿੰਨੇ ਕੁ ਲੋੜਵੰਦਾਂ ਦਾ ਜਾਂ ਜਿੰਨੇ ਕੁ ਧਰਤੀ 'ਤੇ ਅਧੂਰੇ ਬੰਦਿਆਂ ਦੀ ਜੀਵਨ ਦੀ ਤਰਜ਼ ਨੂੰ ਪੂਰਾ ਕਰ ਸਕਦਾ ਹੈ, ਉਹ ਸਾਰਾ ਕਰ ਦੇ। ਉਹਨੇ ਸਾਰਾ ਉਹ ਆਪਣਾ ਧਨ ਇਸ ਤਰ੍ਹਾਂ ਸਾਰਾ ਵੰਡ ਦਿੱਤਾ। ਫਿਰ ਉਹ ਤਿਆਗ ਨੂੰ ਚਲਾ ਗਿਆ। ਬੜੇ ਸਮੇਂ ਬਾਅਦ ਬੜਾ ਸਮਾਂ ਚਰਚਾ ਚੱਲਦੀ ਰਹੀ ਅਤੇ ਜਿਨ੍ਹਾਂ ਨੂੰ ਉਹ ਧਨ ਦੇ ਕੇ ਗਿਆ ਸੀ ਉਹ ਬੜੇ ਅਮੀਰ ਹੋ ਗਏ, ਅੱਗੇ ਅੱਗੇ ਵਧਦੇ ਗਏ। ਅਤੇ ਉਹ ਜਦੋਂ ਦੁਬਾਰਾ ਉਸ ਗੱਲ ਦਾ ਉਸਨੂੰ ਪਤਾ ਲੱਗਾ ਅਤੇ ਉਹਨੇ ਜਿਹਦੇ ਕੋਲੋਂ ਉਪਦੇਸ਼ ਲਿਆ ਸੀ ਉਹਦੇ ਕੋਲੋਂ ਗਿਆ। ਉਹਦੇ ਕੋਲੋਂ ਉਹ ਕਹਿੰਦਾ ਕਿ ਮੈਂ ਤਾਂ ਧਨ ਕੰਟਰੀਬਿਊਟ ਕੀਤਾ ਕਿ ਇਸ ਕਰਕੇ ਕਿ ਇਹਨਾਂ ਦਾ ਜੀਵਨ ਸਤਰ ਉੱਚਾ ਹੋ ਜਾਵੇ, ਪਰ ਇਹ ਵੀ ਮੇਰੇ ਵਾਂਗ ਅੱਗੇ ਜਾ ਕੇ ਗਰਸੇ ਗਏ ਹਨ, ਇਹਦਾ ਕੀ ਹੱਲ ਹੈ? ਉਹ ਜਿੰਨੇ ਉਹਨੂੰ ਉਪਦੇਸ਼ ਦਿੱਤਾ ਸੀ ਤਿਆਗ ਦਾ, ਫਕੀਰੀ ਦਾ, ਉਹ ਕਹਿਣ ਲੱਗਾ, ਇਸ ਸਾਰੇ ਧਨ ਦੇ ਨਾਲ ਇਹ ਤਾਂ ਬਾਕੀ ਗਰਸੇ ਗਏ ਨੇ, ਪਰ ਤੂੰ ਇੱਕ ਛੁੱਟਿਆ ਹੈ, ਇਹੀ ਧਰਮ ਦਾ ਪ੍ਰਯੋਜਨ ਹੈ। ਇਸ ਕਰਕੇ ਜਿਹੜਾ ਮਾਇਆ ਕੇਂਦਰਿਤ ਜੀਵਨ ਹੈ ਉਹ ਧਰਤੀ 'ਤੇ ਪਕੜ ਬਣਾਉਂਦਾ ਹੈ। ਤੁਸੀਂ ਕਦੀ ਇਹਨਾਂ ਵਰਤਾਰਿਆਂ ਨੂੰ ਦੇਖਦੇ ਨਹੀਂ। ਲੋਕ ਅਖਬਾਰ ਵੀ ਪੜ੍ਹਦੇ ਨੇ, ਉਹ ਵੀ ਸੁਸਤ ਜਿਹੇ ਹੋ ਕੇ ਪੜ੍ਹਦੇ ਨੇ। ਜਦੋਂ ਆਉਂਦਾ ਹੈ ਕੋਈ ਕਿਸੇ ਦੀ ਇੱਛਾ ਹੁੰਦੀ ਹੈ ਕਿ ਮੈਂ 10 ਵਾਰੀ 5 ਵਾਰੀ 20 ਵਾਰੀ ਬਣਾ, ਤਾਂ ਅਸਲ 'ਚ ਕੀ ਉਹਦੀ ਸਮੱਸਿਆ ਹੈ। ਅਸੀਂ ਉਹਦੀ ਪ੍ਰਾਪਤੀ ਮੰਨਦੇ ਹਾਂ, ਦਰਅਸਲ ਉਹਦੀ ਸਮੱਸਿਆ ਹੈ ਕਿ ਉਹ ਇਸ ਧਰਤੀ ਦੇ ਵਿੱਚ ਜਿਹੜਾ ਉਹਨੂੰ ਇੱਜ਼ਤ ਮਾਣ ਦਾ ਤਾਣ ਇੱਕ ਵਾਰੀ ਪ੍ਰਾਪਤ ਹੋ ਗਿਆ, ਉਹਨੂੰ ਸ਼ੁਕਰਾਨੇ 'ਚ ਪਲਟਣ ਦੀ ਬਜਾਏ ਉਹਨੇ ਤ੍ਰਿਸ਼ਨਾ ਬਣਾ ਲਿਆ। ਅਤੇ ਹੁਣ ਪਹਿਲੀ ਦਫਾ ਹੋ ਸਕਦਾ ਉਹਨੂੰ ਧਰਤੀ ਦੀ ਸੇਵਾ ਲਈ ਉਹ ਮੁਕਾਮ ਸਹਿਜੇ ਮਿਲ ਗਿਆ ਹੋਵੇ,
ਪਰ ਜਦੋਂ ਹੁਣ ਉਹਨੇ ਉਹਦੀ ਤ੍ਰਿਸ਼ਨਾ ਬਣਾ ਲਈ ਹੈ ਤੇ ਹੁਣ ਉਹ ਹਰ ਜਾਇਜ਼ ਨਜਾਇਜ਼ ਕੰਮ ਨੂੰ ਕਰੇਗਾ। ਇਸ ਕਰਕੇ ਦਾਤ ਜਦੋਂ ਦਤਾਰ ਵਿਸਰਦਾ ਹੈ ਫਿਰ ਉਹ ਦਾਤ ਵੀ ਬਿਖ ਹੋ ਜਾਂਦੀ ਹੈ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਨ ਕੀ ਪਨ ਹਾਰ। ਇਸ ਕਰਕੇ ਬੜੇ ਕੇਂਦਰਤ ਨੁਕਸ ਨੇ ਸਾਡੇ ਜਿਹੜਾ, ਕਿਉਂਕਿ ਅਸੀਂ ਇੱਕ ਹੋਰ ਵੀ ਗੱਲ ਹੈ, ਅਸੀਂ ਗੁਰਬਾਣੀ ਵਿਆਖਿਆ ਨੂੰ ਬਹੁਤੀ ਵਾਰੀ ਅਧਿਆਤਮਕ ਅਰਥਾਂ ਵਿੱਚ ਕਰਦੇ ਹਾਂ। ਤਾਂ ਅਧਿਆਤਮਕ ਅਰਥਾਂ ਵਿੱਚ ਕੀ ਹੁੰਦਾ, ਜਿੰਨੀ ਕੁ ਸਮਝ ਗਹਿਰੀ ਬਣਦੀ ਉਹਨਾਂ ਕੁ ਤਾਂ ਠੀਕ ਹੈ, ਪਰ ਅਗਲੇ ਭਾਵ ਵਿਸਰ ਜਾਂਦੇ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਹਾਰ। ਫਕੀਰੀ ਜੀਵਨ ਦੀ ਇੱਕ ਗੱਲ ਆਪਦੇ ਸਨਮੁਖ ਰੱਖਾਂ। ਇੱਕ ਫਕੀਰ ਬੜੀ ਵੱਡੀ ਸਾਧਨਾ ਵਾਲਾ ਹੋ ਗਿਆ ਅਤੇ ਉਹ ਸਮਾਂ ਪਾ ਕੇ ਉਹਨੇ ਭੋਜਨ ਪਾਣੀ ਅਤੇ ਇੱਥੋਂ ਤੱਕ ਕਿ ਸਵਾਸਾਂ ਦੀ ਪ੍ਰਕਿਰਿਆ ਵੀ ਬੜੀ ਘੱਟ ਕਰ ਦਿੱਤੀ। ਅਤੇ ਕੋਈ ਉਹਦਾ ਜਾਣਕਾਰ, ਉਹਦਾ ਜਗਿਆਸੂ ਉਹਦੇ ਕੋਲ ਆਇਆ, ਕਹਿਣ ਲੱਗਾ ਕਿ ਜੀ ਤੁਸੀਂ ਭੋਜਨ ਵੀ ਲੈਂਦੇ, ਪਾਣੀ ਵੀ ਬਹੁਤ ਘੱਟ ਲੈਂਦੇ ਹੋ, ਸਵਾਸ ਵੀ ਤੁਸੀਂ ਬਹੁਤ ਘੱਟ ਲੈਂਦੇ ਹੋ, ਆਪਣੇ ਸਰੀਰ ਨੂੰ ਬੜਾ ਸਾਧਿਆ ਹੋਇਆ, ਉਹਦਾ ਕਾਰਨ ਕੀ ਹੈ? ਕਹਿੰਦਾ ਇਸ ਧਰਤੀ 'ਤੇ ਜੋ ਕੁਝ ਵੀ ਪੈਦਾ ਹੋਇਆ ਹੈ ਉਹ ਪਰਮੇਸ਼ਰ ਦੀ ਅਮੋਲਕ ਬਖਸ਼ਿਸ਼ ਰੂਪ ਹੈ, ਅਤੇ ਉਸ ਅਮੋਲਕ ਬਖਸ਼ਿਸ਼ ਦਾ ਓਨਾ ਧੰਨਵਾਦ, ਓਨਾ ਰਿਣ ਉਤਾਰਨ ਦੇ ਲਈ ਸਾਡੇ ਵਿੱਚ ਸਮਰੱਥਾ ਨਹੀਂ ਹੈ। ਇਸ ਕਰਕੇ ਮਾਲਕ ਦੀਆਂ ਜਿੰਨੀਆਂ ਸਮਰੱਥਾਵਾਂ ਨੇ ਉਹਨਾਂ ਨੂੰ ਮੈਂ ਘੱਟ ਤੋਂ ਘੱਟ ਵਰਤਦਾ ਹਾਂ ਕਿ ਮੇਰੇ ਜੀਵਨ ਉੱਪਰ ਉਹਨਾਂ ਦਾ ਰਿਣ ਨਾ ਰਹੇ, ਭਾਵ ਕਿ ਮੈਂ ਉਤਨਾ ਕੁ ਹੀ ਯੋਗ ਰਹਾਂ। ਇਸ ਕਰਕੇ ਤਾਂ ਕਰਕੇ ਧਰਮ ਦਾ ਜੀਵਨ ਵੱਡਾ ਕਿਹਾ ਜਾਂਦਾ ਹੈ। ਅਤੇ ਧਰਮ ਅੱਜ ਜਿਤਨਾ ਵੀ ਸਾਨੂੰ ਭ੍ਰਿਸ਼ਟ ਵਰਤਾਰੇ ਆਲੇ ਦੁਆਲੇ ਵਿੱਚ ਦਿਖਦੇ ਹਨ, ਇਹ ਸਾਰੇ ਅਧਰਮ ਦੀ ਕਾਢ ਹੈ। ਤਾਂ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਨ ਕੀ ਪਨਹਾਰ। ਹੁਣ ਦੇਖੋ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨਾਲ ਜੁੜਦੇ, ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੇ ਅਸੀਂ ਵਿਚਾਰ ਸ਼ਰਵਣ ਕਰ ਰਹੇ। ਹੁਣ ਤੱਕ ਲੜੀਵਾਰ ਬਹੁਤ ਸਾਰਾ ਹਿੱਸਾ ਅਸੀਂ ਸ਼ਰਵਣ ਕਰ ਚੁੱਕੇ। ਕਿੰਨੇ ਗਿਆਨ ਦੇ ਗੁਹਜ ਉਪਦੇਸ਼ ਨੇ, ਕਿੰਨੇ ਜ਼ਿਆਦਾ। ਭਾਵੇਂ ਚਲੋ ਇਹ ਸਾਡੀ ਬੁੱਧੀ ਦੀ ਸੀਮਾ ਕਿ ਅਸੀਂ ਉਹਨੂੰ ਇੱਕ ਦਿਨ 'ਚ, 2 ਦਿਨ 'ਚ ਜਾਂ 20 ਮਿੰਟ 'ਚ ਪੂਰਾ ਕਰ ਲੈਂਦੇ ਹਾਂ, ਪਰ ਉਹ ਕਿਤਨੇ ਗੁਹਜ ਨੇ। ਇਹ ਸਾਰੇ ਗੁਹਜ ਕਿੱਥੋਂ ਪੈਦਾ ਹੋ ਰਹੇ ਨੇ? ਇਹ ਸਾਰੀ ਗੁਹਜ ਪੈਦਾ ਹੋ ਰਹੀ ਹੈ ਇੱਕ ਜਿਹੜਾ ਖੱਡੀ ਉੜਨ ਵਾਲਾ ਬੰਦਾ ਹੈ, ਜੁਲਾਹੇ ਵਰਣ ਦੇ ਨਾਲ, ਜੁਲਾਹਾ ਕਿੱਤੇ ਦੇ ਨਾਲ ਸੰਬੰਧਿਤ ਹੈ, ਉਹਦੀ ਜੁਲਾਹੇ ਦੀ ਖੱਡੀ ਦੇ ਵਿੱਚੋਂ ਗਿਆਨ ਦੀ ਧਾਰਾ ਵਹਿ ਰਹੀ, ਅਤੇ ਉਹ ਅੱਜ ਗਿਆਨ ਦੀ ਧਾਰਾ ਪਤਾ ਨਹੀਂ ਕਿੰਨਿਆਂ ਨੂੰ ਤ੍ਰਿਪਤ ਕਰ ਰਹੀ ਹੈ। ਪਰ ਉਸੇ ਸਮੇਂ ਦੇ ਵਿੱਚ ਕਈ ਐਸੇ ਭੂਮੀਪਤੀ ਅਮੀਰ ਵੀ ਹੋਣਗੇ ਜਿਨ੍ਹਾਂ ਦੇ ਜੀਵਨ 'ਚੋਂ ਗਿਆਨ ਦਾ ਕੋਈ ਅਨੁਭਵ ਨਹੀਂ ਨਿਕਲਿਆ, ਅਤੇ ਨਾ ਉਹਨਾਂ ਦੇ ਧਨ ਨੇ ਕੋਈ ਸੁੱਖ ਪੈਦਾ ਕੀਤਾ, ਅਤੇ ਨਾ ਉਹਨਾਂ ਦੇ ਕਮਾਏ ਹੋਏ ਜੀਵਨ ਨੇ ਸ੍ਰਿਸ਼ਟੀ ਨੂੰ ਕੋਈ ਸੁੱਖ ਦਿੱਤਾ। ਇਸ ਕਰਕੇ ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਨ ਕੀ ਪਨਿਹਾਰ, ਕਿ ਜਿਹੜਾ ਗਿਆਨ ਹੈ ਜਾਂ ਜੀਵਨ ਦੇ ਵੱਡੇ ਅਨੁਭਵ ਨੇ ਉਹ ਸਾਦਗੀ, ਗਰੀਬੀ, ਨਿਮਰਤਾ ਦੇ ਵਿੱਚ ਢਲ ਕੇ ਕਮਾਏ ਜਾਂਦੇ ਹਨ। ਜਿਹੜੇ ਤਾਣ ਹੁੰਦੇ ਹਨ ਉਹ ਬੰਦੇ ਨੂੰ ਭ੍ਰਮਿਤ ਕਰ ਦਿੰਦੇ ਹਨ। ਇਸ ਗੱਲ ਦਾ ਇੱਕ ਹੋਰ ਵੀ ਭਾਵ ਹੈ, ਅਸੀਂ ਕਦੇ ਦੇਖੀਏ ਜਦ ਸਤਸੰਗ ਦੇ ਵਿੱਚ, ਮੈਂ ਨੁਕਤਾ ਅਰਜ ਨਹੀਂ ਸੀ ਕਰਨਾ ਪਰ ਕਰ ਰਿਹਾ ਲੜੀਵਾਰ ਦੇ ਵਿਚਾਰ ਕਰਕੇ ਕਿ ਤਾਂ ਗੱਲ ਸਪਸ਼ਟ ਹੋ ਜਾਏ। ਸਤਸੰਗਤ ਵਿੱਚ ਜਿਤਨੇ ਮਨੁੱਖ ਜੁੜਨਗੇ ਜਾਂ ਜਿਤਨੇ ਧਰਮ ਦੀ ਸਾਧਨਾ ਵਿੱਚ ਚੱਲ ਰਹੇ ਹੋਣਗੇ, ਨਿੱਜ ਮੈਂ ਇਸ ਤਰ੍ਹਾਂ ਦਾ ਸੋਚਦਾ, ਬਾਕੀ ਹੋ ਸਕਦਾ ਆਪ ਦਾ ਅਨੁਭਵ ਕੁਝ ਹੋਰ ਹੋਵੇ। ਧਰਮ ਦੇ ਦਾਇਰੇ ਵਿੱਚ ਜਿਹੜੀ ਜਿੰਨੀ ਸ਼ੁੱਧਤਾ ਦੇ ਨਾਲ ਇੱਕ ਥੁੜ ਵਾਲਾ, ਦੁੱਖ ਵਾਲਾ, ਸੰਕਟ ਵਾਲਾ ਬੰਦਾ ਚੱਲ ਰਿਹਾ ਹੁੰਦਾ, ਉਹ ਉਨੀ ਸਮਰੱਥਾ ਵਾਲਾ ਨਹੀਂ ਚੱਲ ਰਿਹਾ ਹੁੰਦਾ। ਗੱਲ ਦਾ ਭਾਵ ਇਹ ਹੈ ਕਿ ਜਿਹਨੂੰ ਜੀਵਨ ਦੇ ਵਿੱਚ ਪਦਾਰਥਕ ਥੁੜ ਹੈ, ਜਾਂ ਜਿਹਨੂੰ ਜੀਵਨ ਦੇ ਵਿੱਚ ਇੱਕ ਗਹਿਰੇ ਸੰਕਟ ਦੇ ਵਿੱਚੋਂ, ਚਾਹੇ ਉਹਦੇ ਮਨ ਦਾ ਹੋਵੇ, ਚਾਹੇ ਉਹਦੇ ਸਰੀਰ ਦਾ ਹੋਵੇ, ਚਾਹੇ ਕਿਸੇ ਹੋਰ ਤਰ੍ਹਾਂ ਦਾ ਹੋਵੇ, ਜਾਂ ਜਿੰਨੀ ਉਹ ਪ੍ਰੀਤ ਭਾਵਨਾ ਇੱਕ ਥੁੜ ਦੇ ਵਿੱਚੋਂ ਕਮਾਉਂਦਾ ਹੈ, ਉਨੀ ਇੱਕ ਪਦਾਰਥਕ ਲਾਲਸਾ ਵਾਲਾ ਬੰਦਾ ਨਹੀਂ ਕਮਾ ਸਕਦਾ। ਜਿਹਦਾ ਪਦਾਰਥਕ ਤੌਰ 'ਤੇ ਸੰਪੰਨ ਹੈ, ਉਹਦਾ ਜੀਵਨ ਬਹੁਤ ਉੱਚਾ ਹੋਵੇ ਅਤੇ ਫਿਰ ਭਾਵੇਂ ਕਰ ਲਵੇ। ਇਸ ਕਰਕੇ ਜਦੋਂ ਅਸੀਂ ਬਾਣੀ 'ਚ ਵਾਕ ਪੜ੍ਹਦੇ ਹਾਂ ਕਿ ਹਸਤੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ, ਤਾਂ ਉਦੋਂ ਸ੍ਰੀ ਕ੍ਰਿਸ਼ਨ ਧਰਤੀ 'ਤੇ ਇਹ ਸਾਖੀ ਰੂਪ ਰਮਜ ਪ੍ਰਗਟ ਕਰ ਰਹੇ ਹਨ ਕਿ ਜੇ ਇੱਕ ਜਿਹੜਾ ਤੇਰੇ ਕੋਲ ਗਰੀਬੀ ਹੈ, ਥੁੜ ਹੈ, ਇਹਨੂੰ ਨਿਰਾਸ਼ਾ 'ਚ ਨਾ ਲੈ, ਚੰਗੀ ਹੈ ਕਿ ਇਹਨੇ ਤੇਰੀ ਭਗਤੀ ਦੇ ਮਰਕਜ਼ ਨੂੰ ਨਿਰੰਤਰ ਬਣਾਈ ਰੱਖਣਾ ਹੈ। ਜਦੋਂ ਤੇਰੀ ਪਦਾਰਥਕ ਪੂਰਨਤਾ ਵਾਪਰ ਗਈ ਅਤੇ ਉਦੋਂ ਹੋ ਸਕਦਾ ਪਦਾਰਥਕ ਪੂਰਨਤਾ ਤੇਰੇ ਅੰਦਰ ਭਰਮ ਪਾ ਦੇ ਅਤੇ ਤੂੰ ਆਪਣੀ ਸ਼ਰਧਾ ਦਾ, ਆਪਣੀ ਬੰਦਗੀ ਦਾ ਮੁਕਾਮ ਛੋਟਾ ਕਰ ਬੈਠੇ। ਇਸ ਕਰਕੇ ਤਾਂ ਕਰਕੇ ਗੁਰਬਾਣੀ ਵਿੱਚ ਵਾਕ ਆਉਂਦਾ ਨਾ, ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕ ਇਹਾ ਮੁਕਤ ਆਗੈ ਸੁਖ ਪਾਵੇ। ਉਹ ਗਰੀਬੀ ਦਾ ਦਰਸ਼ ਬੜਾ ਵੱਡਾ ਹੈ, ਉਹਦੇ ਵਿੱਚ ਨਿਮਰਤਾ, ਉਹਦੇ ਵਿੱਚ ਤਿਆਗ, ਉਹਦੇ ਵਿੱਚ ਸਮਰਪਣ, ਸਾਰਾ ਕੁਝ ਹੀ ਆਉਂਦਾ ਹੈ। ਇਸ ਕਰਕੇ ਹੁਣ ਦੇਖੋ, ਗੁਰੂ ਨਾਨਕ ਸਾਹਿਬ ਜੀ ਨੇ, ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ, ਬਾਬਾ ਪੈਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ।
ਗਰੀਬੀ ਦਾ ਭਾਵ ਕੀ ਹੈ ਕਿ ਜਗਤ ਦੀ ਜਿਹੜੀ ਅਗਿਆਨ ਵਾਲੀ ਕੰਗਾਲਤਾ ਹੈ, ਜਿਹੜੇ ਲੋਕ ਕਰਮ ਕਾਂਡਾਂ 'ਚ ਜਾਂ ਹੋਰ ਤਰੀਕਿਆਂ ਨਾਲ ਭਰਮ ਰਹੇ ਨੇ, ਕੰਗਾਲ ਹੋਏ ਪਏ ਨੇ, ਉਹਨਾਂ ਦੇ ਅਗਿਆਨ ਦੀ ਕੰਗਾਲਤਾ ਮੇਰੀ ਸ਼ਬਦ ਦੀ ਕਮਾਈ ਦੇ ਨਾਲ ਕੱਟੀ ਜਾਵੇ। ਇਸ ਕਰਕੇ ਬਾਬੇ ਨੇ ਸਾਰੀ ਜ਼ਿੰਦਗੀ ਇੱਕ ਉੱਚੇ ਤਿਆਗ ਦਾ ਰੂਪ ਧਾਰਨ ਕੀਤਾ, ਜਿਹਨੂੰ ਕੰਸਟਰਕਟਿਵ ਤਿਆਗ ਕਿਹਾ ਜਾਂਦਾ। ਜਿਹੜਾ ਤਿਆਗ ਇੱਕ ਦੂਜਾ ਛੱਡਣ ਵਾਲਾ ਉਹ ਨਹੀਂ, ਕੰਸਟਰਕਟਿਵ ਤਿਆਗ। ਕਿ ਗੁਰੂ ਨਾਨਕ ਸਾਹਿਬ ਦੇ ਹਰੇਕ ਕਦਮ ਦੇ ਨਾਲ ਧਰਤੀ ਦਾ ਭਲਾ ਹੈ। ਉਸ ਤੋਂ ਪਹਿਲਾਂ ਵੀ ਬੜੇ ਮੈਂ ਕਿਸੇ ਦਿਨ ਕਵੀ ਦੀ ਕਵਿਤਾ ਪੜ੍ਹੀ ਸੀ, ਕਹਿੰਦਾ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਬੜੇ ਘਰਾਂ 'ਚੋਂ ਨਿਕਲੇ ਪਰ ਕਿਸੇ ਦੀ ਯਾਤਰਾ ਉਦਾਸੀ ਨਾ ਬਣੀ। ਤਾਂ ਇਸੇ ਤਰ੍ਹਾਂ ਧਰਤੀ 'ਤੇ ਗੁਰੂ ਨਾਨਕ ਸਾਹਿਬ ਜੀ ਨੇ ਗਰੀਬੀ ਕਮਾਈ, ਉਸ ਗਰੀਬੀ ਦੇ ਨਾਲ ਧਰਤੀ 'ਤੇ ਗਿਆਨ ਦਾ ਪਸਾਰ ਹੋਇਆ, ਨਵਾਜ਼ਿਸ਼ ਦਾ ਪਸਾਰ ਹੋਇਆ। ਨਵਾਜ਼ਿਸ਼ ਦਾ ਪਸਾਰ ਕੀ ਹੈ ਕਿ ਭਾਈ ਲਾਲੋ ਵਰਗੇ ਕਿਸੇ ਗਿਣਤੀ 'ਚ ਨਹੀਂ ਆਉਂਦੇ, ਪਰ ਗੁਰੂ ਨਾਨਕ ਦੇ ਮੁਬਾਰਕ ਕਦਮਾਂ ਦੇ ਨਾਲ ਉਹ ਸਿੱਖ ਦੇ ਮਹਾਰੁਤਬੇ ਨੂੰ ਧਾਰਨ ਕਰ ਜਾਂਦੇ ਨੇ। ਅਤੇ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਨ ਕੀ ਪਨਹਾਰ। ਜਦੋਂ ਧਰਤੀ 'ਤੇ ਜਿੰਨੀ ਜ਼ਿਆਦਾ ਸ਼ੁੱਧਤਾ ਦੇ ਨਾਲ ਧਰਮ ਕਮਾਇਆ ਜਾਏਗਾ, ਗੱਲ ਕੀ ਹੈ ਕਿ ਅੱਜ ਅਸੀਂ ਧਰਮ ਨੂੰ ਕਮਾਉਂਦੇ ਹਾਂ ਤਾਂ ਥੋੜ੍ਹੇ ਜਿਹੇ ਹਿੱਸਿਆਂ ਵਿੱਚੋਂ, ਨਾ ਉਹਦੇ ਵਿੱਚ ਪੂਰਾ ਭਾਵ ਅਰਪਣ ਕਰਦੇ ਹਾਂ, ਨਾ ਆਪਣਾ ਪੂਰਾ ਧਨ ਲਗਾਉਂਦੇ ਹਾਂ, ਕੁਝ ਵੀ ਨਹੀਂ ਬੰਦਾ ਲਗਾਉਂਦਾ। ਜਿਵੇਂ ਉਦਾਹਰਨ ਦੇ ਤੌਰ 'ਤੇ ਧਨ ਬੜੀ ਵੱਡੀ ਗੱਲ ਨਹੀਂ, ਛੱਡਿਆ ਜਾਂਦਾ, ਸਾਰਿਆਂ ਦੀ ਸਮਰੱਥਾ ਹੈ, ਬੁੱਧੀ ਹੈ। ਹੁਣ ਉਦਾਹਰਨ ਦੇ ਤੌਰ 'ਤੇ ਕਥਾ ਸੁਣ 'ਤੇ ਤਾਂ ਕੋਈ ਖਰਚਾ ਲੱਗਦਾ ਨਹੀਂ, ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਲੱਗਦਾ, ਕੋਈ ਫਾਰਮ ਨਹੀਂ ਭਰਨੇ ਪੈਂਦੇ, ਕੋਈ ਵਾਧੂ ਫਾਰਮੈਲਿਟੀ ਨਹੀਂ ਕਰਨੀ ਪੈਂਦੀ। ਆ ਕੇ ਕੇਵਲ ਭਾਵਨਾ ਸਹਿਤ ਜੁੜ ਬੈਠਣਾ ਹੈ। ਗੁਰੂ ਦੇ ਗਿਆਨ ਦੀ ਇਸ ਅਪਾਰ ਧਨ ਬਖਸ਼ਿਸ਼ ਨੂੰ ਮੰਨਣਾ ਹੀ, ਅਸੀਂ ਇਹਦੇ ਲਈ ਵੀ ਪੂਰਾ ਸਮਾਂ ਨਹੀਂ ਦੇ ਸਕਦੇ। ਇਹਦੇ ਤੋਂ ਪਤਾ ਲੱਗਦਾ ਅਸੀਂ ਧਰਮ ਦੇ ਲਈ ਕਿੰਨੇ ਕੁ ਪੂਰੇ ਚੱਲ ਰਹੇ ਹਾਂ। ਮੈਂ ਇਸ ਗੱਲ ਨੂੰ ਕਦੀ ਨਿੱਜ ਦੇ ਵਿੱਚ ਨਹੀਂ ਸੰਬੋਧਨ ਹੁੰਦਾ, ਕਿਉਂਕਿ ਹਰ ਇੱਕ ਦੀ ਇੱਕ ਆਪਣੀ ਅਹਿਸਾਸ ਦੀ ਭਾਵਨਾ ਹੁੰਦੀ ਹੈ। ਪਰ ਜੇ ਫਿਰ ਵੀ ਗੱਲ ਨੂੰ ਸਪਸ਼ਟ ਕਿਹਾ ਜਾਵੇ ਕਿ ਅਸੀਂ ਕਿੰਨੇ ਕੁ ਹਿੱਸੇ ਵਿੱਚ ਧਰਮ ਨੂੰ ਸੱਚੇ ਹਾਂ, ਤਾਂ ਇਹ ਸਾਨੂੰ ਆਪਣੇ ਆਪ ਪਤਾ ਲੱਗ ਜਾਏਗਾ। ਜਿਹੜੀ ਗੁਰ ਨੇਮ ਪ੍ਰੇਮ ਦੀ ਸਾਧਨਾ ਹੈ, ਉਹਦੇ ਲਈ ਪੂਰਾ ਸਮਾਂ ਸਾਡੇ ਕੋਲੋਂ ਨਹੀਂ ਹੈ। ਜਿਹੜੀ ਦਸਵੰਧ ਦੀ ਪ੍ਰਵਿਰਤੀ ਹੈ, ਉਹਦੇ ਲਈ ਅਸੀਂ ਪੂਰੇ ਸਜੱਗ ਨਹੀਂ ਹਾਂ। ਜਿਹੜੀ ਸੇਵਾ ਦੀ ਕਾਰ ਹੈ, ਉਹਦੇ ਲਈ ਅਸੀਂ ਬੜੇ ਆਲਸੀ ਹਾਂ। ਜਿਹੜੇ ਮਨ ਦੇ ਗਿਆਨ ਦੇ ਅਭਿਆਸ ਦੀ ਸਮਝ ਹੈ, ਉੱਥੇ ਜਾ ਕੇ ਸਾਨੂੰ ਲੱਗਦਾ ਕਥਾ ਹੀ ਨਹੀਂ ਸਮਝ ਆਉਂਦੀ। ਫਿਰ ਅਸੀਂ ਕਿਹੜੇ ਹਿੱਸੇ ਵਿੱਚੋਂ ਧਰਮ ਦੇ ਲਈ ਸੱਚੇ ਹਾਂ? ਜੇ ਸਾਡੀ ਨਤਮਸਤਕ ਹੋਣਾ ਹੈ, ਉਹ ਵੀ ਅਪਰਾਧੀ ਵਾਂਗ ਹੈ ਕਿ ਜਿੰਨੇ ਨੂੰ ਸਜਦਾ ਕਰ ਲਿਆ ਉਹਦਾ ਪੂਰਾ ਅਮਲ ਸਾਡੇ ਜੀਵਨ 'ਚ ਮੁੜ ਕੇ ਢਾਲ ਹੀ ਨਹੀਂ ਰਿਹਾ। ਤਾਂ ਇਸ ਗੱਲ ਦੇ ਨੁਕਤੇ ਤੋਂ ਵੀ ਵਾਚੀ ਕਿ ਅਸੀਂ ਧਰਮ ਦੇ ਕਿਸ ਹਿੱਸੇ ਵਿੱਚੋਂ ਪੂਰੇ ਹਾਂ ਜਾਂ ਸੱਚੇ ਹਾਂ। ਸਾਨੂੰ ਦੁਨਿਆਵੀ ਕੋਈ ਘਾਟ ਵਾਪਰ ਜਾਏ, ਕੋਈ ਫੇਲ ਪੁਣਾ ਵਾਪਰ ਜਾਏ, ਤਾਂ ਸਾਨੂੰ ਝੱਟ ਪਤਾ ਲੱਗ ਜਾਂਦਾ, ਅਸੀਂ ਉਹਦਾ ਬੜਾ ਰੋਸ ਵੀ ਬਣਾਉਂਦੇ ਹਾਂ। ਪਰ ਜਦੋਂ ਧਰਮ ਦੇ ਨੁਕਤੇ ਤੋਂ ਸਾਡੀ ਸਿੱਖ ਹੋ ਕੇ ਸਾਡੀ ਨੇਮ ਪ੍ਰੇਮ ਦੀ ਸਾਧਨਾ, ਸਾਡੇ ਗਿਆਨ ਦਾ ਅਭਿਆਸ, ਸਾਡੇ ਧਰਮ ਦੀ ਸਾਰੀ ਕਰਮਸ਼ੀਲਤਾ ਪੂਰੀ ਨਹੀਂ ਨਿਭ ਰਹੀ, ਇਹਦਾ ਰੋਸ ਕੌਣ ਬਣਾਉਂਦਾ ਹੈ? ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਨ ਕੀ ਪਨਹਾਰ। ਭਾਵੇਂ ਉਹ ਥੁੜ ਵਿੱਚ ਹੈ, ਤਿਆਗ ਘਾਟ ਵਿੱਚ ਹੈ, ਪਰ ਉਹਦਾ ਆਦਰਸ਼ ਵੱਡਾ ਹੈ, ਕਿਉਂਕਿ ਉਹ ਦੂਜੇ ਲਈ ਦੁੱਖ ਨਹੀਂ ਪੈਦਾ ਕਰ ਰਿਹਾ। ਕਬੀਰ ਨਰਿਪ ਨਾਰੀ ਕਿਉਂ ਨਿੰਦੀਐ, ਕਿਉਂ ਹਰ ਚੇਰੀ ਕਉ ਮਾਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਨਰਿਪ ਨਾਰੀ ਕਿਉਂ ਨਿੰਦੀਐ। ਹੁਣ ਭਗਤ ਕਬੀਰ ਸਾਹਿਬ ਜੀ ਨੇ ਪੁੱਛਿਆ ਕਿ ਤੁਸੀਂ ਰਾਜੇ ਦੀ ਰਾਣੀ ਇਸਤਰੀ ਨੂੰ ਕਿਉਂ ਮਾੜਾ ਕਹਿੰਦੇ ਹੋ, ਪਰ ਸੰਤ ਜਨਾਂ ਦੀ ਸੇਵਕਾਂ ਨੂੰ ਉੱਤਮ ਕਹਿੰਦੇ ਹੋ? ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਕਰਕੇ ਉਹ ਮਾਂਗ ਸਵਾਰੈ ਬਿਖੈ ਕੋ। ਉਹ ਜਿਹੜਾ ਜਿਤਨੇ ਵੀ ਹਾਰ ਸ਼ਿੰਗਾਰ ਦੇ ਕੌਤਕ ਕਰਦੀ, ਉਹਦਾ ਮਰਕਜ਼ ਉਸਨੇ ਰਾਜੇ ਨੂੰ ਭ੍ਰਮਤ ਬਣਾਇਆ ਹੋਇਆ ਹੈ, ਅਤੇ ਉਹਨੂੰ ਉਹ ਮਹਿਲ ਦੇ ਦੁਆਰ ਤੋਂ ਬਾਹਰ ਨਹੀਂ ਜਾਣ ਦਿੰਦੀ। ਅੱਜ ਵੀ ਇਹ ਤੁਸੀਂ ਵਰਤਾਰੇ ਦੇਖ ਸਕਦੇ ਹੋ, ਕੋਈ ਪੁਰਾਣੀ ਗੱਲ ਨਹੀਂ ਹੈ। ਕਿਸੇ ਸਮੇਂ ਕੁਝ ਐਸੇ ਬਾਦਸ਼ਾਹ ਰਹੇ ਨੇ ਕਿ ਉਹ ਆਪਣੇ ਰਾਜ ਮਹਿਲਾਂ ਦੇ ਹਾਰ ਸ਼ਿੰਗਾਰ ਕੌਤਕਾਂ ਕਾਮਾਦਿਕ ਰਸਾਂ ਦੇ ਵਿੱਚ ਹੀ ਇੰਨੇ ਜ਼ਿਆਦਾ ਫਸੇ ਰਹੇ ਕਿ ਪ੍ਰਜਾ ਦੇ ਤਲ 'ਤੇ ਬਹੁਤ ਵੱਡਾ ਮਤਲਬ ਇੱਕ ਭ੍ਰਿਸ਼ਟਪੁਣਾ ਵਾਪਰ ਗਿਆ। ਇਹਦੀ ਉਹਨਾਂ ਨੂੰ ਸੂਝ ਹੀ ਨਹੀਂ ਰਹੀ। ਇਸ ਕਰਕੇ ਭਗਤ ਕਬੀਰ ਅੱਜ ਵੀ ਇਹ ਵਰਤਾਰੇ ਚੱਲਦੇ ਨੇ, ਇਹਨਾਂ ਦੇ ਰੂਪ ਤੁਸੀਂ ਦੇਖਦੇ ਹੋਵੋਗੇ। ਉਹ ਮੈਂ ਤਾਂ ਹੀ ਆਰੰਭ ਦੇ ਵਿੱਚ ਗੱਲ ਕੀਤੀ, ਅਖਬਾਰ ਵੀ ਲੋਕ ਸੁਸਤ ਹੋ ਕੇ ਪੜ੍ਹਦੇ ਨੇ। ਜੇ ਇੱਕ ਦਿਨ ਵੀ ਚੱਜ ਨਾਲ ਅਖਬਾਰ ਪੜ੍ਹ ਲਈ ਜਾਏ ਤਾਂ ਪੂਰੇ ਪੰਜਾਬ ਦਾ ਮਨੋਵਿਗਿਆਨਕ ਗਿਆਨ ਹੋ ਸਕਦਾ। ਮੈਂ ਨਹੀਂ ਪੜ੍ਹਦਾ, ਮੇਰੀ ਇਹ ਸੁਭਾਅ ਹੈ, ਪਰ ਜੇ ਕਿਤੇ ਦੇਖਾਂ ਤਾਂ ਉਹਦੇ ਵਿੱਚ ਕਈ ਵਰਤਾਰੇ ਨੋਟ ਕਰੀਦੇ ਨੇ। ਇਸ ਕਰਕੇ ਕਹਿੰਦੇ ਉਹ ਮਾਂਗ ਸਵਾਰੈ, ਉਹ ਉਹਨੂੰ ਆਪਣੀ ਨਿੱਜ ਪਕੜ ਵਿੱਚ ਰੱਖ ਰਹੀ, ਅਤੇ ਉਹ ਪਕੜ ਜਿਹੜੀ ਕਾਮ ਵਾਲੀ ਹੈ, ਉਹਨੂੰ ਧਰਮ ਦੀ ਪਕੜ, ਉਹਨੂੰ ਪ੍ਰਜਾ ਦਾ ਸੇਵਕ ਨਹੀਂ ਬਣਨ ਦੇ ਰਹੀ। ਇਸ ਕਰਕੇ ਤੁਸੀਂ ਹੁਣ ਤੱਕ ਦੇ ਸਾਰੇ ਰਾਜਿਆਂ ਦੀ ਹਿਸਟਰੀ ਪੜ੍ਹੋ, ਉਹਦੇ ਵਿੱਚ ਉਹਨਾਂ ਦੀ ਇੱਕ ਤੋਂ ਵਧੇਕ ਪਤਨੀਆਂ ਨੇ। ਇੱਕ ਤੋਂ ਵਧੇਕ ਦਾ ਮਤਲਬ ਫਿਰ ਭਗਤ ਕਬੀਰ ਸਾਹਿਬ ਜੀ ਨੇ ਜਿਹੜਾ ਸ਼ਲੋਕ ਕਿਹਾ ਹੈ, ਇਹਦੇ ਬੜੇ ਜ਼ਿਆਦਾ ਗਹਿਰੇ ਅਰਥ ਨੇ। ਮੈਂ ਪੂਰੇ ਨਹੀਂ ਆਪਦੇ ਸਨਮੁਖ ਰੱਖਦਾ, ਇਹ ਇੰਨਾ ਕੀ ਰੱਖਦਾ ਕਿ ਮਾਂਗ ਸਵਾਰੈ,
ਕਿ ਉਹ ਠੀਕ ਹੈ ਕਿ ਉਹਦੀ ਆਪਣੇ ਰੂਪ ਨੂੰ ਸੁਸੱਜਿਤ ਹੋਣ ਦੇ ਲਈ ਹਾਰ ਸ਼ਿੰਗਾਰ ਕਰਨਾ ਉਹਦੀ ਇੱਕ ਮਨ ਦੀ ਖਿਆਲ ਹੋ ਸਕਦਾ ਹੈ, ਪਰ ਉਹ ਉਹਦੇ ਲਈ ਦੁੱਖ ਪੈਦਾ ਕਰ ਰਿਹਾ ਕਿ ਜਿਹਨੂੰ ਪ੍ਰਜਾ ਦਾ ਸੇਵਕ ਬਣਿਆ ਉਹ ਉਹਦੇ ਰਸਾਂ ਵਿੱਚ ਗਲਤਾਨ ਹੋ ਗਿਆ ਹੈ ਅਤੇ ਉਹਨੂੰ ਧਰਤੀ ਦਾ ਦੁੱਖ ਹੀ ਨਹੀਂ ਨਜ਼ਰ ਆ ਰਿਹਾ ਅਤੇ ਉਹ ਆਪਣੀ ਇਸੇ ਪੂਰਤੀ ਵਿੱਚ ਲੱਗਿਆ ਹੋਇਆ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਦਾ ਹਾਰ ਸ਼ਿੰਗਾਰ ਵੀ ਅਧਰਮ ਦੇ ਨੁਕਤੇ ਵੱਲ ਚਲਿਆ ਜਾਂਦਾ ਹੈ, ਪਰ ਜਿਹੜੀ ਹਰੀ ਸੇਵਕਾ ਦੀ ਦਾਸੀ ਹੈ ਉਹਦਾ ਜਿਹੜਾ ਸਾਦਾਪਣ ਹੈ ਉਹ ਧਰਤੀ 'ਤੇ ਫਿਰ ਧਰਮ ਨੂੰ ਪੈਦਾ ਕਰ ਦਿੰਦਾ ਕਿ ਮਨੁੱਖ ਦੇ ਅੰਦਰ ਦੀ। ਇਸ ਕਰਕੇ ਜਦੋਂ ਭਗਤ ਇਹਦਾ ਇੱਕ ਦੂਜਾ ਭਾਵ ਆਪਦੇ ਸਨਮੁਖ ਰੱਖਦੇ ਹਾਂ, ਭਗਤ ਕਬੀਰ ਸਾਹਿਬ ਜੀ ਕਿ ਨਰਿਪ ਨਾਰੀ, ਇੱਕ ਤਾਂ ਹੋ ਗਏ ਬਾਹਰੀ ਅਰਥ, ਇਹਦੇ ਅੰਤਰੀਵ ਅਰਥ ਹੈ ਕਿ ਜਿਹੜੀ ਜਿੰਨੇ ਵੀ ਤਾਣ ਮਿਲੇ ਭਾਵ ਕਿ ਮਾਇਆ ਦਾ ਤਾਣ ਹੈ, ਸੰਪੱਤੀ ਦਾ ਤਾਣ ਹੈ, ਹੁਕਮ ਦਾ ਤਾਣ ਹੈ, ਇਹ ਜਿੰਨੇ ਤਾਣ ਮਿਲੇ ਇਹਨਾਂ ਦੇ ਵਿਚਲੀ ਜਿਹੜੀ ਬੁੱਧ ਸੀ ਉਹ ਇਸ ਤਰ੍ਹਾਂ ਦੀ ਹੈ ਕਿ ਉਹ ਰੋਜ਼ ਇਸ ਤਰ੍ਹਾਂ ਦੇ ਖਿਆਲ ਦਿੰਦੀ ਹੈ ਕਿ ਜਿਹੜੇ ਧਰਤੀ 'ਤੇ ਉਹਨਾਂ ਤਾਣਾਂ ਦੇ ਨਾਲ ਹੀ ਵੱਡੇ ਧਰਮੀ ਹੋਣਾ ਉਹੀ ਛੋਟੇ ਹੋ ਗਏ ਨੇ। ਭਾਵ ਉਹੀ ਬੁੱਧ ਜਿਹੜੀ ਹੈ ਉਹ ਸੰਵਾਰ ਕੇ ਖਿਆਲ ਦਿੰਦੀ ਹੈ ਕਿ ਤੂੰ ਆਪਣੇ ਰਾਜ ਦਾ ਵਿਸਥਾਰ ਕਰ। ਉਹ ਫਿਰ ਬੜਿਆਂ ਦੀਆਂ ਝੁੱਗੀਆਂ ਢਾਉਂਦਾ ਹੈ। ਉਹੀ ਫਿਰ ਜਿਹੜੀ ਬੁੱਧ ਹੈ, ਜਿਹੜੀ ਮਲੀਨ ਬੁੱਧ ਹੈ, ਮਾਂਗ ਸਵਾਰੇ ਦਾ ਭਾਵ, ਮਾਂਗ ਦਾ ਭਾਵ ਆਪ ਜੀ ਸਮਝਦੇ ਹੋ ਜਿਹੜਾ ਮੱਥੇ ਵਿੱਚ ਸੰਧੂਰ ਭਰਿਆ ਜਾਂਦਾ, ਤਾਂ ਉਹਦਾ ਭਾਵ ਹੈ ਕਿ ਉਸ ਬੁੱਧ ਦੇ ਵਿੱਚ ਜਿੱਥੇ ਖਿਆਲ ਹੈ ਉਸ ਖਿਆਲ ਦੇ ਵਿੱਚ ਕਾਮ ਪਿਆ ਹੋਇਆ ਹੈ ਅਤੇ ਉਹ ਕਾਮ ਇੱਕ ਰਾਣੀ ਦੇ ਨਾਲ ਤ੍ਰਿਪਤ ਨਹੀਂ ਹੁੰਦਾ। ਉਹ ਕਈ ਹੈਦਰਾਬਾਦ ਦੇ ਨਿਜ਼ਾਮ ਦੀਆਂ 400 ਰਾਣੀਆਂ ਸਨ, ਅੱਜ ਵੀ ਚੱਲਦੇ ਨੇ ਵਰਤਾਰੇ। ਵੱਖਰੀ ਗੱਲ ਹੈ, ਉਹ ਥੋੜ੍ਹਾ ਸੈਕੂਲਰਿਜ਼ਮ ਦਾ ਅਭਿਆਸ ਹੈ ਸਾਡਾ, ਤਾਂ ਥੋੜ੍ਹੀ ਉਹਦੇ 'ਤੇ ਅੰਕੁਸ਼ ਜਿਹਾ ਲੱਗਿਆ ਰਹਿੰਦਾ, ਪਰ ਜਿਹੜੇ ਨਿੱਜ ਵਰਤਾਰੇ ਜਾਣਦੇ ਉਹਨਾਂ ਨੂੰ ਸਭ ਪਤਾ ਹੈ ਕੀ ਚੱਲਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਮਾਂਗ ਸਵਾਰੈ ਬਿਖੈ ਕਉ, ਜਿਹੜੀ ਉਹਨਾਂ ਦੀ ਮਲੀਨ ਬੁੱਧ ਹੈ ਉਹ ਉਹਨਾਂ ਨੂੰ ਹਰੇਕ ਖਿਆਲ ਸੰਵਾਰ ਕੇ ਦਿੰਦੀ ਹੈ। ਕਦੇ ਆਪ ਜੀ ਨੂੰ ਸ਼ਾਇਦ ਖਿਆਲ ਹੋਵੇ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਣੀ ਜਿੰਦਾਂ ਨਾਲ ਕੀਤਾ ਸੀ ਅਤੇ ਲੋਕਾਂ ਵਿੱਚ ਟੋਟਕੇ ਬਣੇ ਸਨ, ਅਤੇ ਉਹ ਸ਼ਾਇਦ ਅਸੀਂ ਤਾਂ ਹਿਸਟਰੀ ਘੱਟ ਪੜ੍ਹਦੇ ਹਾਂ ਕਿ ਉਸ ਵਕਤ ਇਹੋ ਜਿਹੇ ਕਵੀਸ਼ਰੀ ਦੇ ਪ੍ਰਸੰਗ ਬਣੇ ਸਨ ਕਿ ਉਹ ਰਾਣੀ ਜਿੰਦਾ ਕਹਿੰਦੀ ਸੀ ਆਪਣੇ ਮਾਤਾ ਪਿਤਾ ਨੂੰ ਵੀ ਮੈਂ ਇਹਨੂੰ ਕਿਹੜੇ ਰੂਪ 'ਚ ਅਪਣਾਵਾਂ, ਮੈਨੂੰ ਇਹ ਦੱਸੋ ਵੀ ਮੇਰੇ ਦਾਦੇ ਦੀ ਉਮਰ ਦਾ ਮੈਂ ਇਹਨੂੰ ਕਿਹੜੇ ਰੂਪ 'ਚ ਲਵਾਂ, ਇਸ ਗੱਲ ਦਾ ਹੀ ਨਿਰਣਾ ਕਰੋ। ਬਸ ਗੱਲ ਕੀ ਸੀ, ਰੂਪ ਦੀ ਮੋਹਤ ਹੋ ਗਏ। ਇਸ ਕਰਕੇ ਇਸ ਸ਼ਲੋਕ ਦਾ ਵਰਤਾਰਾ ਕੋਈ ਛੋਟਾ ਨਹੀਂ ਹੁੰਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਸਿਮਰੈ ਹਰ ਨਾਮ, ਉਹਦੇ ਕੋਲ ਸਮਰੱਥਾ ਹੈ, ਉਸ ਸਮਰੱਥਾ ਦੇ ਨਾਲ ਉਹ ਧਰਮ ਪੈਦਾ ਕਰ ਰਹੀ ਹੈ ਬੁੱਧੀ। ਪਰ ਦੂਜੇ ਪਾਸੇ ਜਿਹੜੀ ਹਰੀ ਸੇਵਕ ਆ ਉਹ ਸੇਵਾ ਵਿੱਚ ਢਲੀ ਹੋਈ ਹੈ ਅਤੇ ਉਹ ਸੱਚ ਰੂਪ ਆਦਰਸ਼ ਪੈਦਾ ਕਰੇ। ਸੱਚ ਰੂਪ ਆਦਰਸ਼ ਦਾ ਭਾਵ ਕੀ ਹੈ ਕਿ ਉਹਦੇ ਜੀਵਨ ਦੀ ਸਾਦਗੀ, ਉਹਦੇ ਜੀਵਨ ਦਾ ਭਗਤੀ ਵਿੱਚ ਰੱਤੇ ਹੋਣਾ, ਆਪਣੇ ਵੱਡੇ ਆਦਰਸ਼ ਨੂੰ ਪਰਣਾਏ ਹੋਣਾ, ਉਹ ਧਰਤੀ 'ਤੇ ਮਨੁੱਖਾਂ ਦੇ ਲਈ ਵੱਡਾ ਸਬਕ ਪੈਦਾ ਕਰ ਦਿੰਦੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਆਪ ਜੀ ਨੇ ਸ਼ਰਵਣ ਕੀਤੇ ਨੇ, ਬੜੇ ਐਸੇ ਨੁਕਤੇ ਆਏ ਨੇ। ਭਗਤ ਕਬੀਰ ਸਾਹਿਬ ਜੀ ਸ਼ਲੋਕਾਂ ਵਿੱਚ ਫਰਮਾਉਂਦੇ ਨੇ, ਕਬੀਰ ਸਾਧੂ ਕੀ ਸੰਗਤ ਰਹਾਓ, ਜਾਓ ਕੀ ਭੂਸੀ ਖਾਓ, ਸਾਧ ਸੰਗ ਹੋਏ ਹੋਣਹਾਰ ਸੋ ਹੋਏ, ਸਾਕਤ ਸੰਗ ਨਾ ਜਾਓ। ਕਿ ਭਾਵੇਂ ਕਿੰਨੀ ਗਰੀਬੀ ਨਿਮਾਣੀ ਨਿਤਾਣਤਾ ਦੇ ਵਿੱਚ ਰਹਿਣਾ ਪਵੇ, ਪਰ ਕਦੀ ਸਾਧ ਸੰਗਤ ਨਹੀਂ ਛੱਡਣੀ ਚਾਹੀਦੀ। ਇਸੇ ਤਰ੍ਹਾਂ ਸ਼ਲੋਕ ਆਉਂਦਾ ਹੈ, ਕਬੀਰ ਸਾਧੂ ਕੀ ਕੂਕਰ ਭਲੀ, ਸਾਕਤ ਕੀ ਬੁਰੀ ਮਾਏ, ਉਹ ਨਿਤ ਸੁਨੈ ਹਰ ਨਾਮ ਜਸੋ, ਪਾਪ ਵਿਸਾਹਨ ਜਾਏ। ਕਿ ਸਾਧੂਆਂ ਦੀ ਕੂਕਰ ਕੁੱਤੀ ਚੰਗੀ ਹੈ ਸਾਕਤ ਦੀ ਮਾਂ ਦੇ ਨਾਲੋਂ, ਤਾਂ ਕਿ ਉਹ ਸਾਰਾ ਦਿਨ ਨਿਤ ਨਾਮ ਦਾ ਅਭਿਆਸ ਸੁਣਦੀ ਹੈ ਅਤੇ ਉਹ ਪਾਪ ਕਰਮ ਕਰਨ ਜਾਂਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਵਾਕ ਹਨ ਕਿ ਸਾਕਤ ਸੰਗ ਨਾ ਕੀਜੀਏ, ਦੂਰ ਰਹਿ ਜਾਈਏ ਭਾਗ। ਕਿ ਉਹ ਸਾਰਾ ਕੀ ਕਿ ਸਾਡਾ ਪੂਰਾ ਦਾ ਇਸ ਗੱਲਾਂ ਦੇ ਕਹਿਣ ਦਾ ਭਾਵ ਕਿ ਸਾਡਾ ਪੂਰਾ ਜੀਵਨ ਧਰਮ ਦੇ ਜਬਤ ਵਿੱਚ ਢਲ ਜਾਵੇ। ਜਦੋਂ ਪੂਰੀ ਤਰ੍ਹਾਂ ਧਰਮ ਦੇ ਜਬਤ ਵਿੱਚ ਢਲੇਗਾ ਤਾਂ ਸਾਡੇ ਗੁਰਮੁਖ ਹੋਣ ਦੀ ਕੋਈ ਸੰਭਾਵਨਾ ਹੈ, ਨਹੀਂ ਤਾਂ ਬੰਦਾ ਸਾਰੀ ਉਮਰ ਬਾਣੀ ਪੜ੍ਹ ਕੇ ਵੀ ਕੁਝ ਅਮਲ ਨਹੀਂ ਬਣਦਾ ਉਹਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਉਹ ਸਿਮਰ ਹੈ ਕਿ ਉਹਦਾ ਭਾਵੇਂ ਯਤਨ ਇਕੱਲਾ ਸੇਵਾ ਵਾਲਾ ਹੈ, ਪਰ ਉਹਦੀ ਜਿਹੜੀ ਬੁੱਧੀ ਹੈ, ਉਹਦਾ ਜਿਹੜਾ ਖਿਆਲ ਹੈ, ਉਹਦੀ ਮੱਤ ਹੈ, ਉਹ ਸ਼ਬਦ ਦੇ ਗਿਆਨ ਨਾਲ ਸਾਧੀ ਹੋਈ ਹੈ। ਇਸ ਕਰਕੇ ਜੇ ਕੱਲ੍ਹ ਨੂੰ ਉਹਦੇ ਕੋਲ ਕੋਈ ਤਾਣ ਵੀ ਆ ਜਾਏਗਾ, ਇਸ ਕਰਕੇ ਨਾ ਅਸੀਂ ਪਿਛਲੇ ਦਿਨਾਂ 'ਚ ਸ਼ਬਦ ਸੁਣਿਆ, ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣਿਆ ਹੋਵੇ। ਰਾਜੇ ਜਨਕ ਦੀ ਉਦਾਹਰਣ ਦਿੱਤੀ ਗਈ ਗੁਰੂ ਰਾਮਦਾਸ ਸਾਹਿਬ ਜੀ ਦੇ ਰਾਜ ਲਈ। ਇਹਦਾ ਕੀ ਕਾਰਨ ਹੈ? ਜਨਕ ਇੱਕ ਬਹੁਤ ਵੱਡਾ ਰਾਜਾ ਸੀ। ਉਹਦੇ ਰਾਜੇ ਦਾ ਭਾਵ ਸੀ ਉਹ ਰਾਜ ਐਸਾ ਸੀ ਕਿ ਉਹਦੇ ਕੋਲ ਇੰਨੀਆਂ ਸਮਰੱਥਾਵਾਂ ਸੀ, ਉਹ ਰਾਜਾ ਹੁੰਦਿਆਂ ਹੋਇਆਂ ਨਿੱਤ ਆਪਣੇ ਸਿੰਘਾਸਣ 'ਤੇ ਬਿਠਾ ਕੇ ਫਕੀਰਾਂ ਦੀ ਸੇਵਾ ਕਰਦਾ ਸੀ। ਐਡਾ ਵੱਡਾ ਦਰਸ਼ੀ ਨਿਰਲੇਪ ਰਹਿੰਦਾ ਸੀ। ਉਹਦੇ ਜੀਵਨ ਦਾ ਕਦੇ ਆਪ ਜੀ ਅਸ਼ਟਾਵਾਕਰ ਗੀਤਾ ਪੜ੍ਹੋ
ਤਾਂ ਉਹਦੇ ਵਿੱਚ ਪਤਾ ਲੱਗ ਜਾਂਦਾ ਕਿ ਜਨਕ ਕਿੱਡਾ ਵੱਡਾ ਗਿਆਨੀ ਸੀ। ਇੱਕ ਪਾਸੇ ਰਾਜਾ ਸੀ, ਦੂਜੇ ਪਾਸੇ ਬਹੁਤ ਵੱਡਾ ਗਿਆਨੀ ਸੀ ਔਰ ਅਮਲੀ ਵੀ ਸੀ, ਬਹੁਤ ਵੱਡਾ। ਅਮਲੀ ਦਾ ਭਾਵ ਧਰਮ ਦੇ ਅਮਲ ਨੂੰ ਧਾਰਨ ਕਰਨ ਵਾਲਾ। ਤਾਂ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਉਹ ਸਿਮਰੈ ਹਰਿ ਨਾਮ। ਇੱਕ ਦੇ ਕੋਲ ਸਮਰੱਥਾ ਆਈ ਹੈ, ਉਹਨੇ ਧਰਤੀ ਦੇ ਲਈ ਦੁੱਖ ਪੈਦਾ ਕਰ ਦਿੱਤਾ ਹੈ। ਇੱਕ ਦੇ ਕੋਲ ਸਮਰੱਥਾ ਆ ਵੀ ਸਕਦੀ ਸੀ, ਪਰ ਉਹਨੇ ਉਹਨੂੰ ਤਿਆਗ, ਫਕੀਰੀ, ਸਮਰਪਣ ਦੇ ਵਿੱਚ ਢਾਲ ਕੇ ਬਿਲਕੁਲ ਹੀ ਛੱਡ ਦਿੱਤਾ, ਅਤੇ ਉਹਦੇ ਲਈ ਧਰਤੀ ਦੇ ਲਈ ਉਹਦੀ ਹੋਂਦ ਦਾ ਦੁੱਖ ਹੀ ਨਹੀਂ ਪੈਦਾ ਹੋਇਆ। ਅੱਜ ਇੱਕ ਭੂਮੀਪਤੀ ਉੱਠਦਾ ਹੈ, ਉਹਦੀ ਵਿਸਥਾਰ ਕਰਨ ਦੀ ਲਾਲਸਾ ਹਜ਼ਾਰਾਂ ਦੇ ਜੀਵਨ ਦਾ ਖਾਓ ਬਣ ਜਾਂਦੀ। ਜਿਹੜਾ ਪੰਜਾਬ 'ਚ ਅੱਜ ਕੱਲ੍ਹ ਵਰਤਾਰਾ ਚੱਲ ਰਿਹਾ, ਆਪ ਜੀ ਜਾਣਦੇ ਹੋ। ਕੇਵਲ ਇੱਕ ਦੀ ਲਾਲਸਾ ਹੈ ਆਪਣੇ ਵਿਸਥਾਰ ਕਰਨ ਦੀ, ਉਹ ਹਜ਼ਾਰਾਂ ਦੇ ਲਈ ਜੀਵਨ ਦਾ ਸੰਕਟ ਬਣ ਗਈ। ਇਸ ਕਰਕੇ ਗੁਰਬਾਣੀ ਵਿੱਚ ਵਾਕ ਆਉਂਦਾ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਥਾਰ। ਜਿਹੜੇ ਧਰਮੀ ਹੋ ਜਾਂਦੇ ਨੇ, ਉਹਨਾਂ ਨੂੰ ਜਿੰਨੇ ਤਾਣ ਪ੍ਰਾਪਤ ਨੇ, ਉਹ ਸਾਰਿਆਂ ਨੂੰ ਧਰਤੀ ਦੀ ਸੇਵਾ ਲਈ ਲਗਾ ਦਿੰਦੇ ਨੇ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਰਜ਼ੰਦ ਨੇ। ਉਂਝ ਬੰਦੇ ਨੂੰ ਜਦੋਂ ਜੇ ਦਾਤ ਸਮਝਦੀ ਹੈ ਤਾਂ ਫਿਰ ਬੰਦਾ ਕਹਿੰਦਾ ਇਹ ਧਰਮ ਦੇ ਆਦਰਸ਼ ਲਈ ਕੁਰਬਾਨ ਹੋਣੇ ਚਾਹੀਦੇ ਨੇ, ਅਤੇ ਜੇ ਦਾਤ ਵਿੱਚੋਂ ਦਤਾਰ ਨੂੰ ਵਸਾਰ ਦਈਏ ਤਾਂ ਫਿਰ ਬੰਦਾ ਕਹਿੰਦਾ ਮੇਰੀ ਵੰਸ਼ ਅੱਗੇ ਚੱਲਣੀ ਚਾਹੀਦੀ ਹੈ, ਇਹਨਾਂ ਨੂੰ ਬਚਾਓ, ਬਾਕੀ ਜੋ ਮਰਜ਼ੀ ਹੁੰਦਾ ਰਹੇ। ਇਸ ਕਰਕੇ ਜਦੋਂ ਦਾਤ ਪਿਆਰੀ ਵਿਸਰਿਆ ਦਾ ਤਾਰਾ ਵਾਲਾ ਭਾਵ ਵਿਸਰਦਾ ਹੈ, ਉਦੋਂ ਜਿਹੜੀ ਵੀ ਸਮਰੱਥਾ ਹੈ। ਇਸ ਕਰਕੇ ਅਸੀਂ ਰੋਜ਼ਾਨਾ ਕਈ ਵਾਰੀ ਗੁਰਬਾਣੀ ਪੜ੍ਹਨ ਦਾ ਘੱਟ ਵਿਸ਼ਾ ਹੋਣੀ ਚਾਹੀਦੀ, ਬੁੱਝਣ ਦਾ ਵਿਸ਼ਾ ਜ਼ਿਆਦਾ ਹੋਣੀ ਚਾਹੀਦੀ। ਦੁੱਖ ਦਾਰੂ ਸੁੱਖ ਰੋਗ ਪਿਆ ਅਸੀਂ ਰੋਜ਼ਾਨਾ ਕਹਿੰਦੇ ਹਾਂ, ਪੜ੍ਹਦੇ ਆ। ਉਹਦਾ ਭਾਵ ਕੀ ਹੈ? ਅੱਜ ਕਿਤਨੇ ਐਸੇ ਬੰਦੇ ਹੋਣਗੇ ਇਸ ਨਗਰ ਦੇ ਵਿੱਚ ਹੀ ਕਿ ਜਿਨ੍ਹਾਂ ਨੂੰ ਇੱਕ ਪੈਸੇ ਦੀ ਕਿਸੇ ਪਾਸਿਓਂ ਥੁੜ ਨਹੀਂ ਹੋਣਗੀ, ਪਰ ਧਰਮ ਦੇ 1 ਰੁਪਈਏ ਦੀ ਸਾਧਨਾ ਨਹੀਂ ਉਹਨਾਂ ਦੇ ਜੀਵਨ 'ਚ। ਇਸ ਗੱਲ ਨੂੰ ਵਾਚ ਲਵੋ। ਇੱਕ ਤਾਂ ਚਲੋ ਜਿਹੜਾ ਆਮ ਮੇਰੇ ਵਰਗਾ ਗਰੀਬ ਬੰਦਾ ਗੁਰੂ ਘਰ ਹੈ, ਅਸੀਂ ਉਹਦੇ ਬਾਰੇ ਤਾਂ ਕਹਿ ਸਕਦੇ ਹਾਂ ਜੀ ਇਹਨੂੰ ਪੈਸਾ ਚਾਹੀਦਾ, ਅਰਦਾਸ ਕਰੂਗਾ, ਕਈ ਗੱਲਾਂ ਕਰੂਗਾ। ਜਿਹਦੇ ਕੋਲ ਧਨ ਦੀ ਪੂਰੀ ਭਰਪੂਰਤਾ ਹੈ, ਉਹ ਨਹੀਂ ਆ ਰਿਹਾ, ਉਹ ਫਿਰ ਜੀਵਨ ਦਾ ਆਦਰਸ਼ ਕਮਾ ਕੀ ਰਿਹਾ ਹੈ? ਇਹ ਵੀ ਤਾਂ ਪ੍ਰਸ਼ਨ ਹੈ। ਜੇ ਉਹ ਨਹੀਂ ਆ ਰਿਹਾ, ਜੇ ਉਹ ਕਵੇ ਮੈਨੂੰ ਗੁਰੂ ਘਰ ਦੀ ਲੋੜ ਹੀ ਨਹੀਂ, ਗਿਆਨ ਦੀ ਲੋੜ ਹੀ ਨਹੀਂ, ਮੈਨੂੰ ਸਭ ਪਹਿਲਾਂ ਪਤਾ ਹੈ, ਅਤੇ ਉਹ ਫਿਰ ਉਹ ਆਦਰਸ਼ ਦੱਸੇ ਮੈਂ ਕੀ ਕਮਾ ਰਿਹਾ। ਉਹਦਾ ਆਦਰਸ਼ ਦੇਖੋਗੇ, ਉਹਦਾ ਆਦਰਸ਼ ਆਪਣਾ ਵਿਸਥਾਰ ਹੋਏਗਾ, ਆਪਣੀ ਤ੍ਰਿਸ਼ਨਾ ਦੇ ਪਸਾਰ ਵਧਾਉਣ ਵਾਲੇ ਹੋਣਗੇ, ਅਤੇ ਉਹ ਸੇਵਾ ਦੇ ਨਿਯਮ ਵਿੱਚ ਢਲ ਕੇ, ਜਿਵੇਂ ਭਾਈ ਕਨ੍ਹਈਆ ਜੀ, ਅਸੀਂ ਤਾਂ ਇੰਨਾ ਹੀ ਜਾਣਦੇ ਨਾ ਕਿ ਉਹਨਾਂ ਨੇ ਜੰਗ 'ਚ ਪਾਣੀ ਪਿਆ। ਜੇ ਉਹਨਾਂ ਦੀ ਹਿਸਟਰੀ ਪੜ੍ਹੋ ਉਹਨਾਂ ਦੇ ਜੀਵਨ ਦੀ, ਤਾਂ ਉਹ ਬਹੁਤ ਵੱਡੇ ਅਮੀਰ ਬਾਪ ਦੀ ਔਲਾਦ ਸਨ, ਅਤੇ ਉਹਨਾਂ ਦੇ ਪਿਤਾ ਦਾ ਇਤਰਾਜ਼ ਵੀ ਸੀ ਕਿ ਤੂੰ ਆ ਸੇਵਾ ਦਾ ਕਰਮ ਕਿਉਂ ਅਪਣਾਇਆ। ਇਸ ਕਰਕੇ ਸਾਨੂੰ ਧਰਮ ਦੇ ਆਦਰਸ਼ ਨੂੰ ਪੂਰੇ ਹੋ ਕੇ ਕਮਾਉਣਾ ਚਾਹੀਦਾ। ਅਸੀਂ ਅੱਧੇ ਅਧੂਰੇ ਜੇ ਕਮਾਵਾਂਗੇ ਤਾਂ ਉਹਦੇ ਨਾਲ ਇਹ ਤਾਂ ਠੀਕ ਹੈ, ਦੁਨੀਆ ਵਿੱਚ ਧਰਮੀ ਸਾਬਤ ਹੋ ਜਾਵਾਂਗੇ, ਪਰ ਸਾਡੇ ਜੀਵਨ ਦੀ ਸਾਧਨਾ ਨਹੀਂ ਪੂਰੀ ਹੋਏਗੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਉਹ ਮਾਂਗ ਸਵਾਰੈ ਬਿਖੈ ਕੋ, ਸਾਡੀ ਬੁੱਧ ਉੱਜਲ ਰਹੇ ਕਿ ਜਦੋਂ ਕੋਈ ਤਾਣ ਆਵੇ ਸਾਡੇ ਕੋਲ, ਤਾਣ ਦਾ ਭਾਵ ਮਾਇਆ ਆਵੇ, ਵਿੱਦਿਆ ਆਵੇ, ਕੁਝ ਵੀ ਆਵੇ, ਅਤੇ ਉਹ ਫਿਰ ਧਰਮ ਦੇ ਪ੍ਰਯੋਜਨ ਲਈ ਸਾਡੇ ਕੋਲੋਂ ਵਰਤਿਆ ਜਾਵੇ। ਇਸ ਕਰਕੇ ਉਹ ਬੁੱਧ ਗੁਰੂ ਸ਼ਬਦ ਦੇ ਨਾਲ ਉੱਜਲ ਰਹਿਣੀ ਚਾਹੀਦੀ ਹੈ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਦੋਵਾਂ ਸਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲ ਹੋਵੇ। ਆਪ ਜੀ ਦੇ ਸਰਮੁਖ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।